ਸਤਿ ਸ਼੍ਰੀ ਅਕਾਲ ਦੋਸਤੋ, ਇਹ ਕਹਾਣੀ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਹੈ। ਭਾਵੇਂ ਅਸੀਂ ਕਿੰਨੇ ਵੀ ਮਿਹਨਤੀ ਅਤੇ ਪ੍ਰਤੀਬੱਧ ਕਿਉਂ ਨਾ ਹੋਈਏ, ਜੇਕਰ ਇੱਕ ਵੀ ਦਿਨ ਅਸੀਂ ਕੰਮ ਤੇ ਨਾ ਜਾਈਏ ਤਾਂ ਉਸ ਦਿਨ ਸਾਡੀ ਕੋਈ ਵੀ ਆਮਦਨ ਨਹੀਂ ਹੋਵੇਗੀ। ਸਾਡੀ ਆਰਥਿਕ ਹਾਲਤ ਸਾਨੂੰ ਆਰਾਮ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਅਤੇ ਅਸੀਂ ਇਸ ਜਾਲ ਵਿੱਚ ਸਾਰੀ ਜ਼ਿੰਦਗੀ ਫਸੇ ਰਹਿੰਦੇ ਹਾਂ। ਅਸੀਂ ਚਾਹ ਕੇ ਵੀ ਇਸ ਚੂਹਾ ਦੌੜ ਤੋਂ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਇਹ ਸਾਡੀਆਂ ਜ਼ਰੂਰਤਾਂ ਅਤੇ ਜ਼ਿੰਮੇਵਾਰੀਆਂ ਦਾ ਹਿੱਸਾ ਬਣ ਚੁੱਕੀ ਹੈ। ਪਰ ਵਕਤ ਦੇ ਨਾਲ-ਨਾਲ ਨਵੀਂ ਪੀੜ੍ਹੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਆਰਥਿਕ ਤੌਰ ਤੇ ਜਾਗਰੂਕ ਅਤੇ ਸਮਝਦਾਰ ਹੋ ਗਈ ਹੈ। ਇਸ ਜਾਗਰੂਕਤਾ ਦੇ ਨਾਲ ਉਹ ਇਹ ਵੀ ਸਮਝਦੇ ਹਨ ਕਿ ਜ਼ਿੰਦਗੀ ਭਰ ਸਿਰਫ ਮਿਹਨਤ ਕਰਦੇ ਰਹਿਣਾ ਅਤੇ ਬੁਢਾਪੇ ਤੱਕ ਸਧਾਰਨ ਜ਼ਿੰਦਗੀ ਜੀਣਾ ਸਹੀ ਮਾਇਨੇ ਵਿੱਚ ਜੀਵਨ ਜੀਣ ਦਾ ਸਹੀ ਤਰੀਕਾ ਨਹੀਂ ਹੈ। ਇਸੇ ਲਈ ਅੱਜ ਦੀ ਪੀੜ੍ਹੀ ਜਲਦੀ ਰਿਟਾਇਰਮੈਂਟ ਲੈਣ, ਪੈਸਿਵ ਇਨਕਮ ਅਤੇ ਵਿੱਤੀ ਆਜ਼ਾਦੀ ਪ੍ਰਾਪਤ ਕਰਨ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਲੋਕ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਲੈ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਹੀ ਉਹ ਰਾਹ ਹੈ ਜੋ ਉਹਨਾਂ ਨੂੰ ਵਿੱਤੀ ਆਜ਼ਾਦੀ ਵੱਲ ਲੈ ਜਾ ਸਕਦਾ ਹੈ। ਪਰ ਸਭ ਤੋਂ ਵੱਡੀ ਸਮੱਸਿਆ ਜੋ ਨਿਵੇਸ਼ਕਾਂ ਨੂੰ ਆਉਂਦੀ ਹੈ ਉਹ ਹੈ ਸਹੀ ਸ਼ੇਅਰ ਚੁਣਨਾ। ਸਹੀ ਸ਼ੇਅਰਾਂ ਦੀ ਚੋਣ ਕਰਨਾ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਸਹੀ ਸ਼ੇਅਰ ਸਸਤੇ ਦਾਮਾਂ ਤੇ ਖਰੀਦਣਾ ਹੀ ਸਫਲ ਨਿਵੇਸ਼ ਦਾ ਅਸਲ ਖੇਡ ਹੈ। ਇੱਥੇ ਹੀ ਲੇਖਕ ਡੇਵਿਡ ਸੋਲੋਮੀਦ ਸਾਨੂੰ ਇੱਕ ਅਜਿਹੀ ਨਿਵੇਸ਼ ਕਰਨ ਦੀ ਤਕਨੀਕ ਸਿਖਾਉਂਦੇ ਹਨ ਜੋ ਸਾਨੂੰ ਇਸ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਮਦਦ ਕਰਦੀ ਹੈ। ਇਹ ਤਰੀਕਾ ਫਾਲਕਨ ਮੈਥਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਕਿ ਮੁੱਲ ਨਿਵੇਸ਼, ਵੈਲਿਊ ਇਨਵੈਸਟਿੰਗ, ਸਧਾਰਨ ਗਿਆਨ ਅਤੇ ਅਨੁਸ਼ਾਸਨ ਦੇ ਸਿਧਾਂਤਾਂ ਤੇ ਆਧਾਰਿਤ ਹੈ। ਫਾਲਕਨ ਮੈਥਡ ਦਾ ਮੁੱਖ ਉਦੇਸ਼ ਹੈ ਕਿ ਤੁਸੀਂ ਇੱਕ ਅਜਿਹਾ ਪੋਰਟਫੋਲੀਓ ਬਣਾਓ ਜੋ ਤੁਹਾਨੂੰ ਨਾ ਸਿਰਫ ਵਧੀਆ ਵਾਪਸੀ ਦਿਵਾਏ, ਸਗੋਂ ਤੁਹਾਡੀ ਪੈਸਿਵ ਇਨਕਮ ਨੂੰ ਵੀ ਸਥਿਰ ਤੌਰ ਤੇ ਵਧਾਉਂਦਾ ਰਹੇ। ਫਾਲਕਨ ਇੱਕ ਪੰਛੀ ਹੈ ਜੋ ਆਪਣਾ ਸ਼ਿਕਾਰ ਬੜੀ ਸਫਾਈ ਨਾਲ ਫੜਨ ਵਿੱਚ ਨਿਪੁੰਨ ਹੁੰਦਾ ਹੈ। ਇਸੇ ਤਰ੍ਹਾਂ ਫਾਲਕਨ ਮੈਥਡ ਵੀ ਕੰਮ ਕਰਦਾ ਹੈ। ਲੇਖਕ ਨੇ ਆਪਣੀ ਜਵਾਨੀ ਵਿੱਚ ਕਾਫੀ ਵਿੱਤੀ ਸੰਘਰਸ਼ਾਂ ਦਾ ਸਾਹਮਣਾ ਕੀਤਾ, ਜਿਸ ਕਾਰਨ ਉਹ ਇਹ ਫੈਸਲਾ ਲੈ ਚੁੱਕੇ ਸਨ ਕਿ ਉਹ ਆਪਣੇ ਜੀਵਨ ਨੂੰ ਇਸ ਚੂਹਾ ਦੌੜ ਵਿੱਚ ਨਹੀਂ ਫਸਣ ਦੇਣਗੇ। ਇਸ ਮੈਥਡ ਰਾਹੀਂ ਤੁਸੀਂ ਇੱਕ ਸਮਝਦਾਰੀ ਭਰਿਆ ਪੋਰਟਫੋਲੀਓ ਬਣਾਉਣ ਦੇ ਯੋਗ ਹੋ ਸਕਦੇ ਹੋ ਜੋ ਤੁਹਾਨੂੰ ਵਿੱਤੀ ਸੁਰੱਖਿਆ ਅਤੇ ਵਿੱਤੀ ਆਜ਼ਾਦੀ ਦਿਵਾ ਸਕੇ। ਫਾਲਕਨ ਮੈਥਡ ਦੇ 3 ਮੁੱਖ ਸਿਧਾਂਤ ਹਨ। ਵੈਲਿਊ ਇਨਵੈਸਟਿੰਗ, ਅਜਿਹੇ ਸ਼ੇਅਰ ਚੁਣੋ ਜੋ ਮੁੱਲ ਤੋਂ ਘੱਟ ਹਨ। ਇਹਨਾਂ ਵਿੱਚ ਭਵਿੱਖ ਵਿੱਚ ਵਧੀਆ ਰਿਟਰਨ ਦੀ ਸੰਭਾਵਨਾ ਹੁੰਦੀ ਹੈ। ਕਾਮਨ ਸੈਂਸ, ਸ਼ੇਅਰ ਮਾਰਕੀਟ ਵਿੱਚ ਕਾਮਯਾਬ ਹੋਣ ਲਈ ਅਤਿਅਧਿਕ ਸਮਝਦਾਰੀ ਦੀ ਨਹੀਂ, ਸਗੋਂ ਸਧਾਰਨ ਗਿਆਨ ਦੀ ਜ਼ਰੂਰਤ ਹੁੰਦੀ ਹੈ। ਅਨੁਸ਼ਾਸਨ, ਡਿਸਪਲਿਨ, ਆਪਣੇ ਸਿਧਾਂਤਾਂ ਤੇ ਦ੍ਰਿੜ ਰਹਿਣਾ ਅਤੇ ਭਾਵਨਾਵਾਂ ਤੇ ਕਾਬੂ ਪਾਣਾ ਇੱਕ ਵੱਡੀ ਕੁੰਜੀ ਹੈ। ਫਾਲਕਨ ਮੈਥਡ ਵਿੱਚ ਅਨੁਸ਼ਾਸਨ, ਡਿਸਪਲਿਨ ਦਾ ਅਹਿਮੀਅਤ ਬੜਾ ਹੀ ਵਧੇਰੇ ਹੈ ਕਿਉਂਕਿ ਨਿਵੇਸ਼ ਵਿੱਚ ਤੁਹਾਡੀ ਸਫਲਤਾ ਤੁਹਾਡੇ ਧੀਰਜ ਅਤੇ ਅਨੁਸ਼ਾਸਨ ਤੇ ਨਿਰਭਰ ਕਰਦੀ ਹੈ। ਦੀ ਫਾਲਕਨ ਮੈਥਡ ਇੱਕ ਸਧਾਰਨ ਪਰ ਪ੍ਰਭਾਵਸ਼ਾਲੀ ਨਿਵੇਸ਼ ਰਣਨੀਤੀ ਹੈ ਜੋ ਤੁਹਾਨੂੰ ਸਹੀ ਸ਼ੇਅਰ ਚੁਣਨ, ਆਪਣੀ ਪੈਸਿਵ ਇਨਕਮ ਬਣਾਉਣ ਅਤੇ ਵਿੱਤੀ ਆਜ਼ਾਦੀ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ। ਇਹ ਪੁਸਤਕ ਉਹਨਾਂ ਸਭ ਲਈ ਲਾਭਦਾਇਕ ਹੈ ਜੋ ਆਪਣੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਅਤੇ ਆਜ਼ਾਦ ਬਣਾਉਣਾ ਚਾਹੁੰਦੇ ਹਨ। ਇਸ ਲਈ ਜੇ ਤੁਸੀਂ ਵੀ ਇਸ ਚੂਹਾ ਦੌੜ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਅਤੇ ਇੱਕ ਸੁਰੱਖਿਅਤ, ਆਜ਼ਾਦ ਅਤੇ ਖੁਸ਼ਹਾਲ ਜੀਵਨ ਜੀਣਾ ਚਾਹੁੰਦੇ ਹੋ ਤਾਂ ਫਾਲਕਨ ਮੈਥਡ ਨੂੰ ਅਪਣਾਉਣਾ ਤੁਹਾਡੇ ਲਈ ਇੱਕ ਵਧੀਆ ਕਦਮ ਹੋ ਸਕਦਾ ਹੈ। ਲੇਖਕ ਡੇਵਿਡ ਸੋਲੋਮੀਦ ਨੇ 33 ਸਾਲ ਦੀ ਉਮਰ ਵਿੱਚ ਵਿੱਤੀ ਆਜ਼ਾਦੀ ਪ੍ਰਾਪਤ ਕਰ ਲਈ ਅਤੇ ਰਿਟਾਇਰ ਹੋ ਗਏ। ਉਹਦਾ ਜਨਮ 1982 ਵਿੱਚ ਹੰਗਰੀ ਵਿੱਚ ਹੋਇਆ ਸੀ। ਜਦੋਂ ਉਹ ਸਿਰਫ 10 ਸਾਲ ਦੇ ਸਨ, ਉਹਨਾਂ ਦੇ ਮਾਂ-ਪਿਓ ਦਾ ਤਲਾਕ ਹੋ ਗਿਆ ਅਤੇ ਉਹ ਆਪਣੀ ਮਾਂ ਦੇ ਨਾਲ ਰਹੇ ਜੋ ਕਿ ਇੱਕ ਕਿੰਡਰਗਾਰਟਨ ਟੀਚਰ ਸੀ। ਆਪਣੀ ਜਵਾਨੀ ਵਿੱਚ ਡੇਵਿਡ ਨੇ ਕਈ ਆਰਥਿਕ ਚੁਣੌਤੀਆਂ ਦਾ ਸਾਹਮਣਾ ਕੀਤਾ, ਜਿਸ ਨੇ ਉਹਨਾਂ ਨੂੰ ਇਹ ਫੈਸਲਾ ਕਰਨ ਤੇ ਮਜਬੂਰ ਕੀਤਾ ਕਿ ਉਹ ਜਿੰਨੀ ਜਲਦੀ ਹੋ ਸਕੇ ਆਰਥਿਕ ਆਜ਼ਾਦੀ ਪ੍ਰਾਪਤ ਕਰਨ। ਇਹ ਫੈਸਲਾ ਹੀ ਉਹਨਾਂ ਦੀ ਪ੍ਰੇਰਨਾ ਬਣਿਆ। ਡੇਵਿਡ ਦੀ ਕਾਬਲੀਅਤ ਅਤੇ ਸਿੱਖਣ ਦੇ ਜਜ਼ਬੇ ਦੇ ਕਾਰਨ
ਉਹ 33 ਸਾਲ ਦੀ ਉਮਰ ਵਿੱਚ ਹੀ ਫਾਈਨੈਂਸ਼ੀਅਲੀ ਫ੍ਰੀ ਹੋ ਗਏ। ਹੁਣ ਡੇਵਿਡ ਸੋਲੋਮੀਦ ਇੱਕ ਫੁੱਲ ਟਾਈਮ ਇਨਵੈਸਟਰ ਹਨ ਅਤੇ ਉਹਨਾਂ ਦੀ ਪੁਸਤਕ ਦੀ ਫਾਲਕਨ ਮੈਥਡ ਸਾਨੂੰ ਸਿਖਾਉਂਦੀ ਹੈ ਕਿ ਸ਼ੇਅਰ ਮਾਰਕੀਟ ਇੱਕ ਅਜਿਹਾ ਖੇਤਰ ਹੈ ਜਿੱਥੇ ਅਸੀਂ ਛੋਟੇ ਨਾਲ ਸ਼ੁਰੂਆਤ ਕਰ ਸਕਦੇ ਹਾਂ। ਇਸ ਰਾਹੀਂ ਅਸੀਂ ਵਿੱਤੀ ਆਜ਼ਾਦੀ ਪ੍ਰਾਪਤ ਕਰ ਸਕਦੇ ਹਾਂ, ਜਿਸ ਨਾਲ ਇੱਕ ਸਮਾਂ ਬਾਅਦ ਸਾਡਾ ਪੈਸਾ ਸਾਡੇ ਲਈ ਕੰਮ ਕਰਨ ਲੱਗਦਾ ਹੈ, ਨਾ ਕਿ ਸਾਨੂੰ ਆਪਣੇ ਪੈਸੇ ਲਈ ਕੰਮ ਕਰਨਾ ਪੈਂਦਾ ਹੈ। ਡੇਵਿਡ ਦੀ ਕਹਾਣੀ ਅਤੇ ਉਹਨਾਂ ਦੀ ਪੁਸਤਕ ਇਹ ਦਰਸਾਉਂਦੀ ਹੈ ਕਿ ਸਹੀ ਨਿਵੇਸ਼ ਰਣਨੀਤੀਆਂ ਅਤੇ ਦ੍ਰਿੜ ਸੰਕਲਪ ਦੇ ਨਾਲ ਕੋਈ ਵੀ ਵਿਅਕਤੀ ਆਰਥਿਕ ਆਜ਼ਾਦੀ ਪ੍ਰਾਪਤ ਕਰ ਸਕਦਾ ਹੈ ਅਤੇ ਆਰਾਮਦਾਇਕ ਜੀਵਨ ਬੀਤਾ ਸਕਦਾ ਹੈ। 2011 ਵਿੱਚ ਵਿਸ਼ਵ ਦੇ ਸਭ ਤੋਂ ਮਹਾਨ ਨਿਵੇਸ਼ਕ ਵਾਰਨ ਬਫੇਟ ਨੇ ਆਪਣੇ ਸ਼ੇਅਰ ਹੋਲਡਰਜ਼ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਉਹਨਾਂ ਨੇ ਨਿਵੇਸ਼ ਦੇ 3 ਮੁੱਖ ਕਿਸਮਾਂ ਬਾਰੇ ਦੱਸਿਆ। ਪਹਿਲੀ ਕਿਸਮ ਹੈ ਕਰੰਸੀ ਆਧਾਰਿਤ ਨਿਵੇਸ਼। ਇਸ ਕਿਸਮ ਦੇ ਨਿਵੇਸ਼ ਵਿੱਚ ਬਾਂਡਸ, ਬੈਂਕ ਡਿਪਾਜ਼ਿਟਸ ਅਤੇ ਹੋਰ ਸੁਰੱਖਿਅਤ ਨਿਵੇਸ਼ ਯੋਜਨਾਵਾਂ ਸ਼ਾਮਲ ਹਨ। ਲੋਕ ਇਸ ਤਰ੍ਹਾਂ ਦੇ ਨਿਵੇਸ਼ ਨੂੰ ਸਭ ਤੋਂ ਸੁਰੱਖਿਅਤ ਮੰਨਦੇ ਹਨ, ਪਰ ਅਸਲ ਵਿੱਚ ਇਹ ਸਭ ਤੋਂ ਵਧੀਆ ਚੋਣ ਨਹੀਂ ਹੁੰਦੀ। ਇਸ ਦਾ ਸਭ ਤੋਂ ਵੱਡਾ ਨੁਕਸਾਨ ਹੈ ਕਿ ਇਸ ਤੇ ਮਿਲਣ ਵਾਲਾ ਵਿਆਜ ਮਹਿੰਗਾਈ ਦਰ ਨਾਲੋਂ ਵੀ ਘੱਟ ਹੁੰਦਾ ਹੈ। ਇਸ ਦਾ ਅਰਥ ਇਹ ਹੈ ਕਿ ਤੁਸੀਂ ਆਪਣੇ ਮੁੱਢਲੇ ਪੈਸੇ ਨੂੰ ਵਧਾਉਣ ਦੀ ਬਜਾਏ ਘਟਾ ਸਕਦੇ ਹੋ। ਇਸ ਲਈ ਇਸ ਤਰ੍ਹਾਂ ਦੇ ਨਿਵੇਸ਼ ਵਿੱਚ ਪੈਸਾ ਲਗਾਉਣਾ ਤੁਹਾਡੇ ਧਨ ਨੂੰ ਮਹਿੰਗਾਈ ਦੇ ਅੱਗੇ ਕਮਜ਼ੋਰ ਕਰ ਸਕਦਾ ਹੈ। ਦੂਸਰੀ ਕਿਸਮ ਦੇ ਨਿਵੇਸ਼ ਉਹ ਹਨ ਜੋ ਅਨਪ੍ਰੋਡਕਟਿਵ ਹੋਂਦ ਵਿੱਚ ਰਹਿੰਦੇ ਹਨ। ਇਹ ਤੁਹਾਡੇ ਕੋਲ ਜਿੰਨੀ ਦੇਰ ਤੱਕ ਰਹਿੰਦੇ ਹਨ, ਉਹਨਾਂ ਤੋਂ ਤੁਹਾਨੂੰ ਕੋਈ ਨਫਾ ਨਹੀਂ ਮਿਲਦਾ। ਫਾਇਦਾ ਸਿਰਫ ਉਸ ਸਮੇਂ ਹੁੰਦਾ ਹੈ ਜਦੋਂ ਤੁਸੀਂ ਉਹਨਾਂ ਨੂੰ ਵੇਚ ਦਿੰਦੇ ਹੋ। ਦੱਸੋ ਕਿ ਮੈਂ ਇਸ ਨੂੰ ਹੋਰ ਸੰਖੇਪ ਕਰਨਾ ਹੈ ਜਾਂ ਹੋਰ ਵੀ ਵਧੇਰੇ ਵਿਸਥਾਰ ਦੇ ਨਾਲ ਲਿਖਣਾ ਹੈ। ਜਦੋਂ ਤੁਸੀਂ ਇਹਨਾਂ ਨਿਵੇਸ਼ਾਂ ਨੂੰ ਵੇਚਦੇ ਹੋ ਤਾਂ ਇਸ ਤਰ੍ਹਾਂ ਦੇ ਨਿਵੇਸ਼ ਦੀ ਮੁੱਖ ਸਮੱਸਿਆ ਇਹ ਹੁੰਦੀ ਹੈ ਕਿ ਇਹ ਉਤਪਾਦਕਤਾ ਵਿੱਚ ਕੋਈ ਯੋਗਦਾਨ ਨਹੀਂ ਪਾਉਂਦੇ ਅਤੇ ਤੁਹਾਡੇ ਧਨ ਦੀ ਵਾਧੂ ਵਿੱਚ ਮਦਦ ਨਹੀਂ ਕਰਦੇ। ਹੁਣ ਗੱਲ ਕਰਦੇ ਹਾਂ ਪ੍ਰੋਡਕਟਿਵ ਐਸੈਟਸ ਦੀ। ਇਸ ਤਰ੍ਹਾਂ ਦਾ ਨਿਵੇਸ਼ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਵਿੱਚ ਸਟਾਕ ਮਾਰਕੀਟ ਇਸ ਦਾ ਇੱਕ ਮੁੱਖ ਉਦਾਹਰਣ ਹੈ। ਵਾਰਨ ਬਫੇਟ ਵੀ ਇਸੇ ਸ਼੍ਰੇਣੀ ਵਿੱਚ ਨਿਵੇਸ਼ ਦੀ ਸਿਫਾਰਿਸ਼ ਕਰਦੇ ਹਨ, ਕਿਉਂਕਿ ਇਹੋ ਹੀ ਇੱਕ ਅਜਿਹੀ ਕੈਟੇਗਰੀ ਹੈ ਜੋ ਮਹਿੰਗਾਈ ਨੂੰ ਪਿੱਛੇ ਛੱਡਦੇ ਹੋਏ ਵਧੀਆ ਲਾਭ ਪ੍ਰਦਾਨ ਕਰਦੀ ਹੈ। ਪ੍ਰੋਡਕਟਿਵ ਐਸੈਟਸ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਤੁਸੀਂ ਬਹੁਤ ਘੱਟ ਪੂੰਜੀ ਨਾਲ ਸ਼ੁਰੂਆਤ ਕਰ ਸਕਦੇ ਹੋ। ਜਦੋਂ ਤੁਸੀਂ ਕਿਸੇ ਕੰਪਨੀ ਦਾ ਇੱਕ ਸ਼ੇਅਰ ਖਰੀਦਦੇ ਹੋ ਤਾਂ ਤੁਸੀਂ ਉਸ ਕੰਪਨੀ ਵਿੱਚ ਇੱਕ ਛੋਟੀ ਜਿਹੀ ਹਿੱਸੇਦਾਰੀ ਖਰੀਦਦੇ ਹੋ। ਲੰਬੇ ਸਮੇਂ ਤੱਕ ਉਸ ਕੰਪਨੀ ਦੇ ਭਾਗੀਦਾਰ ਬਣੇ ਰਹਿਣ ਨਾਲ ਤੁਹਾਨੂੰ ਤੁਹਾਡੀ ਪੂੰਜੀ ਤੇ ਵਧੀਆ ਰਿਟਰਨ ਮਿਲਦਾ ਹੈ। ਜਦੋਂ ਕੰਪਨੀ ਲਾਭ ਕਮਾਉਂਦੀ ਹੈ ਤਾਂ ਸ਼ੇਅਰ ਹੋਲਡਰ ਹੋਣ ਦੇ ਨਾਤੇ ਤੁਹਾਨੂੰ ਵੀ ਇਸ ਲਾਭ ਦਾ ਹਿੱਸਾ ਮਿਲਦਾ ਹੈ। ਇਸ ਲਈ ਸਟਾਕ ਮਾਰਕੀਟ ਵਿੱਚ ਸਫਲਤਾ ਪਾਉਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਸ਼ੇਅਰ ਚੁਣੋ ਅਤੇ ਲੰਬੇ ਸਮੇਂ ਤੱਕ ਉਹਨਾਂ ਸ਼ੇਅਰਾਂ ਨਾਲ ਟਿਕੇ ਰਹੋ। ਪ੍ਰੋਡਕਟਿਵ ਐਸੈਟਸ ਨਾਲ ਪੂੰਜੀਕਾਰ ਨਾ ਸਿਰਫ ਮਹਿੰਗਾਈ ਤੋਂ ਬਚ ਸਕਦੇ ਹਨ, ਬਲਕਿ ਉਹ ਆਪਣੀ ਪੂੰਜੀ ਤੇ ਵਧੀਆ ਰਿਟਰਨ ਵੀ ਪ੍ਰਾਪਤ ਕਰ ਸਕਦੇ ਹਨ। ਇਹ ਨਿਵੇਸ਼ ਤੁਹਾਡੇ ਪੈਸੇ ਨੂੰ ਵਧਾਉਣ ਅਤੇ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਬੜੇ ਹੀ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ। ਫਾਲਕਨ ਮੈਥਡ ਕੀ ਹੈ? ਫਾਲਕਨ ਮੈਥਡ ਦਾ ਮੁੱਖ ਆਧਾਰ ਇਹ ਹੈ ਕਿ ਕਿਸੇ ਵੀ ਕੰਪਨੀ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਉਸ ਕੰਪਨੀ ਦਾ ਪੂਰੀ ਤਰ੍ਹਾਂ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਇੰਡੀਅਨ ਸਟਾਕ ਮਾਰਕੀਟ ਵਿੱਚ 5000 ਤੋਂ ਵੱਧ ਕੰਪਨੀਆਂ ਲਿਸਟਡ ਹਨ ਅਤੇ ਉਹਨਾਂ ਵਿੱਚੋਂ ਸਹੀ ਕੰਪਨੀ ਚੁਣਨਾ ਇੱਕ ਚੁਣੌਤੀ ਹੋ ਸਕਦੀ ਹੈ। ਇਸੇ ਸਵਾਲ ਦਾ ਹੱਲ ਫਾਲਕਨ ਮੈਥਡ ਵਿੱਚ ਮਿਲਦਾ ਹੈ। ਫਾਲਕਨ ਮੈਥਡ ਇਹ ਕਹਿੰਦੀ ਹੈ ਕਿ ਕਿਸੇ ਕੰਪਨੀ ਦੇ ਸ਼ੇਅਰ ਖਰੀਦਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਕੰਪਨੀ ਕਿਵੇਂ ਕੰਮ ਕਰਦੀ ਹੈ। ਜਦੋਂ ਅਸੀਂ ਕਿਸੇ ਕੰਪਨੀ ਨੂੰ ਵਿੱਤੀ ਦ੍ਰਿਸ਼ਟੀਕੋਣ ਤੋਂ ਵੇਖਦੇ ਹਾਂ ਤਾਂ ਸਾਨੂੰ ਇਸ ਨੂੰ ਇੱਕ ਬਲੈਕ ਬਾਕਸ ਵਜੋਂ ਸਮਝਣ ਦੀ ਲੋੜ ਹੈ। ਇੱਥੇ ਬਲੈਕ ਬਾਕਸ ਦਾ ਅਰਥ ਇਹ ਹੈ ਕਿ ਅਸੀਂ ਕੰਪਨੀ ਦੇ ਅੰਦਰਲੇ ਹਰ ਰੁੱਖ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਨਿਵੇਸ਼ਕ ਦੇ ਤੌਰ ਤੇ ਇਹ ਸੰਭਵ ਨਹੀਂ ਕਿ ਤੁਸੀਂ ਜਾਣ ਸਕੋ ਕਿ ਕੰਪਨੀ ਦੇ ਅੰਦਰ ਸੱਚਮੁੱਚ ਕੀ ਚੱਲ ਰਿਹਾ ਹੈ। ਪਰ ਤੁਹਾਡੇ ਕੋਲ ਇੱਕ ਚੀਜ਼ ਜ਼ਰੂਰ ਹੈ,
ਕੰਪਨੀ ਦੇ ਬਾਹਰ ਕੀ ਚੱਲ ਰਿਹਾ ਹੈ। ਫਾਲਕਨ ਮੈਥਡ ਦੇ ਅਨੁਸਾਰ ਇਹ ਬੜਾ ਮਹੱਤਵਪੂਰਨ ਹੈ ਕਿ ਤੁਸੀਂ ਕੰਪਨੀ ਦੇ ਬਾਹਰ ਦੇ ਇਨਪੁੱਟ ਪਾਈਪਸ ਅਤੇ ਆਉਟਪੁੱਟ ਪਾਈਪਸ ਨੂੰ ਸਮਝੋ। ਇਹ ਪਾਈਪਸ ਉਸ ਬਲੈਕ ਬਾਕਸ ਨਾਲ ਜੁੜੇ ਹੁੰਦੇ ਹਨ ਅਤੇ ਤੁਹਾਨੂੰ ਕੰਪਨੀ ਦੀਆਂ ਵਪਾਰਕ ਗਤੀਵਿਧੀਆਂ ਦੀ ਇੱਕ ਝਲਕ ਪ੍ਰਦਾਨ ਕਰਦੇ ਹਨ। ਇਨਪੁੱਟ ਪਾਈਪਸ ਇਹ ਉਹ ਘਟਕ ਹਨ ਜੋ ਕੰਪਨੀ ਦੇ ਉਤਪਾਦਨ ਲਈ ਜ਼ਰੂਰੀ ਸਮੱਗਰੀ, ਸੰਸਾਧਨ ਅਤੇ ਸੇਵਾਵਾਂ ਪ੍ਰਦਾਨ ਕਰਦੇ ਹਨ। ਇਸ ਵਿੱਚ ਕੱਚਾ ਮਾਲ, ਮਨੁੱਖੀ ਸੰਸਾਧਨ ਅਤੇ ਹੋਰ ਵਸਾਏ ਸ਼ਾਮਲ ਹੁੰਦੇ ਹਨ ਜੋ ਕੰਪਨੀ ਦੀ ਉਤਪਾਦਨ ਪ੍ਰਕਿਰਿਆ ਵਿੱਚ ਲੋੜੀਂਦੇ ਹਨ। ਇਹ ਸਮਝਣਾ ਜ਼ਰੂਰੀ ਹੈ ਕਿ ਇਨਪੁੱਟ ਪਾਈਪਸ ਕਿੰਨੇ ਮਜ਼ਬੂਤ ਅਤੇ ਸਥਿਰ ਹਨ, ਕਿਉਂਕਿ ਇਹ ਕੰਪਨੀ ਦੇ ਉਤਪਾਦਨ ਦੀ ਗੁਣਵੱਤਾ ਅਤੇ ਸਥਿਰਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ। ਆਉਟਪੁੱਟ ਪਾਈਪਸ ਇਹ ਉਹ ਘਟਕ ਹਨ ਜਿਨ੍ਹਾਂ ਦੇ ਜ਼ਰੀਏ ਕੰਪਨੀ ਆਪਣੇ ਉਤਪਾਦ ਜਾਂ ਸੇਵਾਵਾਂ ਨੂੰ ਬਾਜ਼ਾਰ ਵਿੱਚ ਲਿਆਉਂਦੀ ਹੈ। ਇਹ ਪਾਈਪਸ ਇਹ ਦਰਸਾਉਂਦੇ ਹਨ ਕਿ ਕੰਪਨੀ ਬਾਹਰੀ ਦੁਨੀਆ ਨਾਲ ਕਿਵੇਂ ਸੰਪਰਕ ਕਰਦੀ ਹੈ ਅਤੇ ਆਪਣੇ ਉਤਪਾਦ ਨੂੰ ਕਿਸ ਤਰੀਕੇ ਨਾਲ ਪ੍ਰਚਾਰਿਤ ਕਰਦੀ ਹੈ। ਇਸ ਵਿੱਚ ਵਿਤਰਣ ਚੈਨਲ, ਮਾਰਕੀਟਿੰਗ, ਵਿਕਰੀ ਅਤੇ ਗਾਹਕ ਸੇਵਾ ਸ਼ਾਮਲ ਹੁੰਦੇ ਹਨ। ਇਹ ਸਮਝਣਾ ਬੜਾ ਮਹੱਤਵਪੂਰਨ ਹੈ ਕਿ ਕੰਪਨੀ ਦੇ ਆਉਟਪੁੱਟ ਪਾਈਪਸ ਕਿੰਨੇ ਪ੍ਰਭਾਵਸ਼ਾਲੀ ਹਨ, ਕਿਉਂਕਿ ਇਹ ਕੰਪਨੀ ਦੀ ਵਿਕਰੀ ਅਤੇ ਲਾਭਪ੍ਰਦਤਾ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਸਕਦੇ ਹਨ। ਫਾਲਕਨ ਮੈਥਡ ਅਨੁਸਾਰ ਲੰਮੇ ਸਮੇਂ ਦਾ ਨਿਵੇਸ਼ ਦਾ ਮਹੱਤਵ। ਫਾਲਕਨ ਮੈਥਡ ਦੇ ਅਧੀਨ ਜਦੋਂ ਤੁਸੀਂ ਸਹੀ ਕੰਪਨੀ ਚੁਣ ਲੈਂਦੇ ਹੋ ਅਤੇ ਇਸ ਦੇ ਇਨਪੁੱਟ ਅਤੇ ਆਉਟਪੁੱਟ ਪਾਈਪਸ ਨੂੰ ਸਮਝ ਲੈਂਦੇ ਹੋ, ਤਦ ਅਗਲਾ ਕਦਮ ਹੁੰਦਾ ਹੈ ਕੰਪਨੀ ਦੇ ਸ਼ੇਅਰਾਂ ਨੂੰ ਲੰਬੇ ਸਮੇਂ ਤੱਕ ਹੋਲਡ ਕਰਨਾ। ਇਹ ਇੱਕ ਲੰਮੇ ਸਮੇਂ ਦਾ ਨਿਵੇਸ਼ ਨਜ਼ਰੀਏ ਨੂੰ ਅਪਣਾਉਣ ਦੀ ਸਿਫਾਰਿਸ਼ ਕਰਦਾ ਹੈ, ਜਿੱਥੇ ਤੁਸੀਂ ਕੰਪਨੀ ਦੇ ਪ੍ਰਦਰਸ਼ਨ ਤੇ ਭਰੋਸਾ ਕਰਦੇ ਹੋ ਅਤੇ ਤੁਹਾਡੇ ਨਿਵੇਸ਼ ਨੂੰ ਸਮੇਂ ਦੇ ਨਾਲ ਵਧਣ ਦਿੰਦੇ ਹੋ। ਲੰਬੇ ਸਮੇਂ ਤੱਕ ਸ਼ੇਅਰਾਂ ਨੂੰ ਰੱਖਣ ਦੇ ਫਾਇਦੇ। ਕੰਪਨੀ ਦੇ ਵਿਕਾਸ ਅਤੇ ਲਾਭ ਦਾ ਲਾਭ। ਜਦੋਂ ਤੁਸੀਂ ਕਿਸੇ ਕੰਪਨੀ ਦੇ ਸ਼ੇਅਰਾਂ ਨੂੰ ਲੰਬੇ ਸਮੇਂ ਤੱਕ ਰੱਖਦੇ ਹੋ ਤਾਂ ਤੁਸੀਂ ਬਾਜ਼ਾਰ ਦੇ ਛੋਟੇ-ਮੋਟੇ ਉਤਾਰ-ਚੜ੍ਹਾਅ ਤੋਂ ਬਿਨਾਂ ਕੰਪਨੀ ਦੇ ਲੰਮੇ ਸਮੇਂ ਦਾ ਵਿਕਾਸ ਦਾ ਫਾਇਦਾ ਲੈ ਸਕਦੇ ਹੋ। ਵਪਾਰ ਦੀ ਲਾਗਤ ਘਟਾਉਣਾ। ਬਾਰ-ਬਾਰ ਸ਼ੇਅਰਾਂ ਨੂੰ ਖਰੀਦਣ ਤੇ ਵੇਚਣ ਦੀ ਬਜਾਏ ਲੰਬੇ ਸਮੇਂ ਤੱਕ ਰੱਖਣ ਨਾਲ ਤੁਸੀਂ ਵਪਾਰਕ ਲਾਗਤ ਨੂੰ ਘਟਾ ਸਕਦੇ ਹੋ। ਇਸ ਨਾਲ ਤੁਹਾਨੂੰ ਵੱਧ ਲਾਭ ਹੋ ਸਕਦਾ ਹੈ ਕਿਉਂਕਿ ਤੁਸੀਂ ਘੱਟ ਲੈਣ-ਦੇਣ ਦੀ ਲਾਗਤ ਅਤੇ ਘੱਟ ਕਰਾਂ ਦਾ ਸਾਹਮਣਾ ਕਰਦੇ ਹੋ। ਕੰਪਨੀ ਦੀ ਹਕੀਕਤੀ ਸਮਰੱਥਾ ਨੂੰ ਸਮਝਣਾ। ਲੰਮੇ ਸਮੇਂ ਦਾ ਨਿਵੇਸ਼ ਦੇ ਨਾਲ ਤੁਸੀਂ ਕੰਪਨੀ ਦੀ ਹਕੀਕਤੀ ਸਮਰੱਥਾ ਅਤੇ ਪ੍ਰਦਰਸ਼ਨ ਨੂੰ ਸਮਝ ਸਕਦੇ ਹੋ। ਤੁਸੀਂ ਸਮੇਂ ਦੇ ਨਾਲ ਦੇਖ ਸਕਦੇ ਹੋ ਕਿ ਕੰਪਨੀ ਆਪਣੇ ਟਾਰਗੇਟ ਪੂਰੇ ਕਰ ਰਹੀ ਹੈ ਜਾਂ ਨਹੀਂ। ਇਸ ਆਧਾਰ ਤੇ ਤੁਸੀਂ ਆਪਣੇ ਨਿਵੇਸ਼ ਨੂੰ ਜਾਰੀ ਰੱਖ ਸਕਦੇ ਹੋ। ਫਾਲਕਨ ਮੈਥਡ ਇੱਕ ਪ੍ਰਭਾਵਸ਼ਾਲੀ ਨਿਵੇਸ਼ ਰਣਨੀਤੀ ਹੈ ਜੋ ਸਹੀ ਕੰਪਨੀ ਦੀ ਚੋਣ ਅਤੇ ਉਸ ਦੇ ਸ਼ੇਅਰਾਂ ਨੂੰ ਲੰਬੇ ਸਮੇਂ ਤੱਕ ਰੱਖਣ ਤੇ ਧਿਆਨ ਦੇਣ ਦੀ ਸਿਫਾਰਿਸ਼ ਕਰਦੀ ਹੈ। ਇਸ ਰਣਨੀਤੀ ਨਾਲ ਤੁਸੀਂ ਲੰਮੇ ਸਮੇਂ ਦਾ ਲਾਭ ਪ੍ਰਾਪਤ ਕਰ ਸਕਦੇ ਹੋ, ਵਪਾਰ ਦੀ ਲਾਗਤ ਨੂੰ ਘਟਾ ਸਕਦੇ ਹੋ ਅਤੇ ਕੰਪਨੀ ਦੀ ਅਸਲੀ ਸਮਰੱਥਾ ਨੂੰ ਸਮਝ ਸਕਦੇ ਹੋ। ਇਨਪੁੱਟ ਪਾਈਪਸ ਅਤੇ ਆਉਟਪੁੱਟ ਪਾਈਪਸ। ਇਨਪੁੱਟ ਪਾਈਪਸ ਬਲੈਕ ਬਾਕਸ ਦੇ ਇੱਕ ਪਾਸੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਇਨਕਮ ਕਹਿੰਦੇ ਹਾਂ। ਦੂਜੇ ਪਾਸੇ ਆਉਟਪੁੱਟ ਪਾਈਪਸ ਹੁੰਦੇ ਹਨ ਜਿਨ੍ਹਾਂ ਨੂੰ ਖਰਚੇ ਕਿਹਾ ਜਾਂਦਾ ਹੈ। ਇਨਪੁੱਟ ਪਾਈਪਸ ਦੇ ਤਿੰਨ ਮੁੱਖ ਹਿੱਸੇ ਹਨ। ਰੈਵਨਿਊ ਇਹ ਉਹ ਆਮਦਨ ਹੁੰਦੀ ਹੈ ਜੋ ਕੰਪਨੀ ਨੂੰ ਆਪਣੇ ਉਤਪਾਦਾਂ ਅਤੇ ਸੇਵਾਵਾਂ ਦੇ ਮਾਧਿਅਮ ਨਾਲ ਗਾਹਕਾਂ ਤੋਂ ਮਿਲਦੀ ਹੈ। ਕੰਪਨੀ ਇਸ ਆਮਦਨ ਨਾਲ ਆਪਣੇ ਆਪਰੇਸ਼ਨ ਚਲਾਉਂਦੀ ਹੈ ਅਤੇ ਕਾਰੋਬਾਰ ਦਾ ਵਿਕਾਸ ਕਰਦੀ ਹੈ। ਜੇਕਰ ਰੈਵਨਿਊ ਸਥਿਰ ਅਤੇ ਵਧ ਰਿਹਾ ਹੈ ਤਾਂ ਇਹ ਕੰਪਨੀ ਦੇ ਆਰਥਿਕ ਸਿਹਤ ਦੇ ਚੰਗੇ ਸੰਕੇਤ ਹੁੰਦੇ ਹਨ। ਬੋਰੋਡ ਮਨੀ ਇਹ ਉਹ ਪੈਸਾ ਹੁੰਦਾ ਹੈ ਜੋ ਕੰਪਨੀ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਜਾਂ ਚਲਾਉਣ ਲਈ ਬੈਂਕ ਤੋਂ ਲੋਨ ਵਜੋਂ ਲਿਆ ਹੁੰਦਾ ਹੈ। ਇਹ ਪੈਸਾ ਕੰਪਨੀ ਨੂੰ ਤੁਰੰਤ ਫੰਡਿੰਗ ਪ੍ਰਦਾਨ ਕਰਦਾ ਹੈ, ਪਰ ਇਸ ਤੇ ਵਿਆਜ ਦੀ ਭੁਗਤਾਨੀ ਕਰਨੀ ਪੈਂਦੀ ਹੈ। ਇਹ ਪਾਈਪ ਇਹ ਦਰਸਾਉਂਦਾ ਹੈ ਕਿ ਕੰਪਨੀ ਬਾਹਰੀ ਸਰੋਤਾਂ ਤੇ ਕਿੰਨੀ ਨਿਰਭਰ ਹੈ ਅਤੇ ਇਸ ਦੀ ਵਿੱਤੀ ਸਥਿਤੀ ਕਿੰਨੀ ਸਥਿਰ ਹੈ। ਇਕਵਿਟੀ ਸੇਲ ਜਦੋਂ ਕੰਪਨੀ ਫੰਡ ਰੇਜ਼ ਕਰਨ ਲਈ ਆਪਣੇ ਨਵੇਂ ਸ਼ੇਅਰ ਜਾਰੀ ਕਰਦੀ ਹੈ ਅਤੇ ਉਹਨਾਂ ਨੂੰ ਮਾਰਕੀਟ ਵਿੱਚ ਵੇਚਦੀ ਹੈ
ਤਾਂ ਇਹ ਇੱਕ ਬੁੱਧੀਮਾਨ ਸੇਲ ਵਿੱਚ ਆਉਂਦਾ ਹੈ। ਇਹ ਇੱਕ ਮਹੱਤਵਪੂਰਨ ਪਾਈਪ ਹੈ ਕਿਉਂਕਿ ਇਸ ਦੇ ਜ਼ਰੀਏ ਕੰਪਨੀ ਨੂੰ ਨਵੀਂ ਪੂੰਜੀ ਮਿਲਦੀ ਹੈ। ਆਊਟਪੁੱਟ ਪਾਈਪਸ ਅਰਥਾਤ ਖਰਚੇ। ਹੁਣ ਆਊਟਪੁੱਟ ਪਾਈਪਸ ਦੀ ਗੱਲ ਕਰੀਏ, ਜਿੱਥੇ ਸਾਨੂੰ ਕੰਪਨੀ ਦੇ ਵੱਖ-ਵੱਖ ਖਰਚੇ ਨਜ਼ਰ ਆਉਂਦੇ ਹਨ ਜੋ ਇਸ ਦੀ ਵਿੱਤੀ ਸਥਿਤੀ ਨੂੰ ਦਰਸਾਉਂਦੇ ਹਨ। ਇਹਨਾਂ ਪਾਈਪਸ ਨੂੰ ਸਮਝਣਾ ਬੜਾ ਮਹੱਤਵਪੂਰਨ ਹੈ ਕਿਉਂਕਿ ਇਹ ਕੰਪਨੀ ਦੇ ਮਾਲੀ ਹਾਲਾਤ ਤੇ ਪ੍ਰਭਾਵ ਪਾਉਂਦੇ ਹਨ। ਇੱਕ ਆਨਗੋਇੰਗ ਖਰਚ। ਇਹ ਕੰਪਨੀ ਦੇ ਰੋਜ਼ਾਨਾ ਦੇ ਖਰਚੇ ਹੁੰਦੇ ਹਨ, ਜਿਵੇਂ ਕਿ ਕਰਮਚਾਰੀਆਂ ਦੀ ਤਨਖਾਹ, ਦਫ਼ਤਰ ਦੀ ਸਪਲਾਈਜ਼, ਮਾਰਕੀਟਿੰਗ ਅਤੇ ਵਿਗਿਆਪਨ ਦੇ ਖਰਚੇ। ਇਹ ਖਰਚੇ ਇਹ ਨਿਸ਼ਚਿਤ ਕਰਦੇ ਹਨ ਕਿ ਕੰਪਨੀ ਦੇ ਦੈਨਿਕ ਕੰਮ ਸਹੀ ਢੰਗ ਨਾਲ ਚੱਲ ਸਕਣ। ਇਹਨਾਂ ਖਰਚਿਆਂ ਨੂੰ ਸੰਤੁਲਿਤ ਅਤੇ ਨਿਯੰਤਰਿਤ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਕੰਪਨੀ ਦੀ ਲਾਭਪ੍ਰਦਤਾ ਤੇ ਨਕਾਰਾਤਮਕ ਪ੍ਰਭਾਵ ਨਾ ਪਵੇ। 2. ਕੈਪੀਟਲ ਖਰਚਾ। ਇਹ ਖਰਚੇ ਉਹ ਜਾਇਦਾਦ ਤੇ ਸਮਾਨ ਖਰੀਦਣ ਵਿੱਚ ਕੀਤੇ ਜਾਂਦੇ ਹਨ ਜੋ 1 ਸਾਲ ਤੋਂ ਵੱਧ ਸਮੇਂ ਲਈ ਵਰਤੇ ਜਾ ਸਕਣ। ਇਸ ਵਿੱਚ ਕੰਪਿਊਟਰ, ਮਸ਼ੀਨਰੀ ਅਤੇ ਇਮਾਰਤਾਂ ਸ਼ਾਮਲ ਹੁੰਦੀਆਂ ਹਨ। ਕੈਪੀਟਲ ਐਕਸਪੈਂਡੀਚਰ ਕੰਪਨੀ ਦੀ ਲੰਬੇ ਸਮੇਂ ਦਾ ਵਿਕਾਸ ਯੋਜਨਾ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ। ਸਹੀ ਢੰਗ ਨਾਲ ਕੀਤਾ ਗਿਆ ਕੈਪੀਟਲ ਨਿਵੇਸ਼ ਕੰਪਨੀ ਦੀ ਉਤਪਾਦਨ ਸਮਰੱਥਾ ਅਤੇ ਮੁਕਾਬਲੇਬਾਜ਼ੀ ਵਿੱਚ ਵਾਧਾ ਕਰ ਸਕਦਾ ਹੈ। 3. ਅਧਿਗ੍ਰਹਣ ਦਾ ਖਰਚਾ। ਕੰਪਨੀ ਵਧਣ ਲਈ ਜਦੋਂ ਕਿਸੇ ਹੋਰ ਕੰਪਨੀ ਨੂੰ ਖਰੀਦਦੀ ਹੈ ਤਾਂ ਇਹ ਅਧਿਗ੍ਰਹਣ ਖਰਚੇ ਵਿੱਚ ਆਉਂਦਾ ਹੈ। ਇਹ ਕੰਪਨੀ ਦੀ ਵਿਕਾਸ ਯੋਜਨਾ ਦਾ ਹਿੱਸਾ ਹੁੰਦਾ ਹੈ। ਇਹ ਮਹੱਤਵਪੂਰਨ ਹੈ ਕਿ ਕਿਸੇ ਵੀ ਖਰੀਦਦਾਰੀ ਤੋਂ ਪਹਿਲਾਂ ਪੂਰੀ ਯੋਜਨਾ ਅਤੇ ਵਿਸ਼ਲੇਸ਼ਣ ਕਰਿਆ ਜਾਵੇ ਤਾਂ ਜੋ ਵਿਕਾਸ ਸਹੀ ਦਿਸ਼ਾ ਵਿੱਚ ਹੋਵੇ। 4. ਕਰਜ਼ ਦੀ ਭੁਗਤਾਨੀ। ਇਹ ਉਹ ਪੈਸਾ ਹੈ ਜੋ ਕੰਪਨੀ ਨੂੰ ਆਪਣੇ ਲੋਨ ਦਾ ਵਿਆਜ ਸਮੇਤ ਭੁਗਤਾਨ ਕਰਨਾ ਪੈਂਦਾ ਹੈ। ਕਰਜ਼ ਦਾ ਸਹੀ ਪ੍ਰਬੰਧਨ ਕੰਪਨੀ ਦੀ ਵਿੱਤੀ ਸਥਿਰਤਾ ਅਤੇ ਲੰਬੇ ਸਮੇਂ ਦਾ ਸਫਲਤਾ ਲਈ ਜ਼ਰੂਰੀ ਹੈ। 5. ਟੈਕਸ। ਇਹ ਉਹ ਖਰਚਾ ਹੈ ਜੋ ਕੰਪਨੀ ਨੂੰ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਦੇਣਾ ਹੁੰਦਾ ਹੈ। ਸਹੀ ਢੰਗ ਨਾਲ ਟੈਕਸ ਭੁਗਤਾਨ ਕਰਨ ਅਤੇ ਟੈਕਸ ਪ੍ਰਬੰਧਨ ਕੰਪਨੀ ਦੀ ਵਿੱਤੀ ਯੋਜਨਾ ਦਾ ਅਹਿਮ ਹਿੱਸਾ ਹੁੰਦਾ ਹੈ। ਇਸ ਨਾਲ ਕੰਪਨੀ ਕਾਨੂੰਨੀ ਸਮੱਸਿਆਵਾਂ ਤੋਂ ਬਚ ਸਕਦੀ ਹੈ ਅਤੇ ਵਧੀਆ ਵਿੱਤੀ ਪ੍ਰਬੰਧਨ ਦਾ ਸੰਕੇਤ ਮਿਲਦਾ ਹੈ। 6. ਮੁਨਾਫੇ ਦੀ ਵਰਤੋਂ। ਮੁਨਾਫੇ ਦੀ ਵਰਤੋਂ ਦੀ ਗੱਲ ਕਰਦੇ ਸਮੇਂ ਸਾਨੂੰ 3 ਮੁੱਖ ਸਬ ਪਾਈਪਸ ਨਜ਼ਰ ਆਉਂਦੇ ਹਨ। ਡਿਵੀਡੈਂਡ। ਜਦੋਂ ਕੰਪਨੀ ਆਪਣੇ ਮੁਨਾਫੇ ਵਿੱਚੋਂ ਕੁਝ ਭਾਗ ਆਪਣੇ ਸ਼ੇਅਰ ਹੋਲਡਰਜ਼ ਨੂੰ ਦਿੰਦੀ ਹੈ ਤਾਂ ਇਸ ਨੂੰ ਡਿਵੀਡੈਂਡ ਕਿਹਾ ਜਾਂਦਾ ਹੈ। ਡਿਵੀਡੈਂਡ ਨਿਵੇਸ਼ਕਾਂ ਲਈ ਆਕਰਸ਼ਕ ਵਾਪਸੀ ਪ੍ਰਦਾਨ ਕਰਦਾ ਹੈ। ਕੰਪਨੀ ਦੀ ਆਰਥਿਕ ਸਿਹਤ ਦਾ ਇਹ ਇੱਕ ਚੰਗਾ ਸੰਕੇਤ ਹੋ ਸਕਦਾ ਹੈ। ਪਰ ਇਸ ਗੱਲ ਦਾ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਕੰਪਨੀ ਡਿਵੀਡੈਂਡ ਵੰਡਣ ਤੋਂ ਪਹਿਲਾਂ ਵਾਧੂ ਪੈਸੇ ਨੂੰ ਆਪਣੇ ਕਾਰੋਬਾਰ ਵਿੱਚ ਵਿਕਾਸ ਲਈ ਲਗਾਏ। ਸ਼ੇਅਰ ਬਾਇਬੈਕ। ਜਦੋਂ ਕੰਪਨੀ ਆਪਣੇ ਵਾਧੂ ਨਕਦ ਦਾ ਕੁਝ ਹਿੱਸਾ ਵਰਤ ਕੇ ਆਪਣੇ ਹੀ ਸ਼ੇਅਰ ਖੁੱਲ੍ਹੇ ਬਾਜ਼ਾਰ ਤੋਂ ਖਰੀਦਦੀ ਹੈ ਤਾਂ ਇਸ ਨੂੰ ਸ਼ੇਅਰ ਬਾਇਬੈਕ ਕਿਹਾ ਜਾਂਦਾ ਹੈ। ਇਸ ਕਾਰਵਾਈ ਨਾਲ ਕੰਪਨੀ ਦੇ ਮੌਜੂਦਾ ਸ਼ੇਅਰ ਦੀ ਗਿਣਤੀ ਘੱਟ ਹੋ ਜਾਂਦੀ ਹੈ। ਇਸ ਨਾਲ ਪ੍ਰਤੀ ਸ਼ੇਅਰ ਲਾਭ ਵੱਧ ਜਾਂਦਾ ਹੈ। ਇਹ ਕੰਪਨੀ ਦੀ ਵਿੱਤੀ ਸਥਿਰਤਾ ਅਤੇ ਸ਼ੇਅਰ ਹੋਲਡਰਜ਼ ਲਈ ਕੰਪਨੀ ਦੇ ਦ੍ਰਿੜ ਸਪੁਰਦਗੀ ਨੂੰ ਦਰਸਾਉਂਦਾ ਹੈ। ਰਿਟੇਨਡ ਅਰਨਿੰਗਸ। ਜਦੋਂ ਕੰਪਨੀ ਆਪਣੇ ਮੁਨਾਫੇ ਨੂੰ ਵਾਪਸ ਆਪਣੇ ਬਿਜ਼ਨਸ ਵਿੱਚ ਨਿਵੇਸ਼ ਕਰਦੀ ਹੈ ਤਾਂ ਇਸ ਨੂੰ ਰਿਟੇਨਡ ਅਰਨਿੰਗਸ ਕਿਹਾ ਜਾਂਦਾ ਹੈ। ਇਹ ਕੰਪਨੀ ਦੀ ਲੰਬੀ ਮਿਆਦ ਦੀ ਵਿਕਾਸ ਯੋਜਨਾ ਲਈ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਨਵੇਂ ਪ੍ਰੋਜੈਕਟਸ ਅਤੇ ਵਿਸਤਾਰ ਯੋਜਨਾਵਾਂ ਨੂੰ ਇਸ ਮੁਨਾਫੇ ਦੇ ਨਾਲ ਫੰਡ ਕੀਤਾ ਜਾ ਸਕਦਾ ਹੈ। ਆਨਗੋਇੰਗ ਖਰਚੇ ਅਤੇ ਕੈਪੀਟਲ ਐਕਸਪੈਂਡੀਚਰ ਦਾ ਸਹੀ ਪ੍ਰਬੰਧਨ। ਆਨਗੋਇੰਗ ਐਕਸਪੈਂਸ ਜਿਵੇਂ ਕਿ ਤਨਖਾਹਾਂ, ਦਫ਼ਤਰੀ ਸਪਲਾਈਜ਼ ਅਤੇ ਮਾਰਕੀਟਿੰਗ ਦੇ ਖਰਚੇ ਦਾ ਸਹੀ ਤਰੀਕੇ ਨਾਲ ਪ੍ਰਬੰਧਨ ਕਰਨਾ ਅਤੇ ਕੈਪੀਟਲ ਐਕਸਪੈਂਡੀਚਰ ਨੂੰ ਸੰਤੁਲਿਤ ਰੱਖਣਾ ਬੜਾ ਜ਼ਰੂਰੀ ਹੈ। ਵੱਧ ਖਰਚੇ ਕੰਪਨੀ ਦੀ ਲਾਭਪ੍ਰਦਤਾ ਨੂੰ ਘਟਾ ਸਕਦੇ ਹਨ, ਜਦੋਂ ਕਿ ਸਹੀ ਨਿਵੇਸ਼ ਕੰਪਨੀ ਦੀ ਲੰਬੀ ਮਿਆਦ ਦੀ ਸਥਿਰਤਾ ਨੂੰ ਵਧਾ ਸਕਦਾ ਹੈ। ਅਧਿਗ੍ਰਹਣ ਅਤੇ ਕਰਜ਼ ਦੇ ਭੁਗਤਾਨ ਦਾ ਸੰਤੁਲਿਤ ਪ੍ਰਬੰਧਨ। ਸਹੀ ਅਧਿਗ੍ਰਹਣ ਨਾਲ ਕੰਪਨੀ ਦੀ ਵਿਕਾਸ ਦਰ ਵਧ ਸਕਦੀ ਹੈ। ਕਰਜ਼ ਦੇ ਸਹੀ ਪ੍ਰਬੰਧਨ ਨਾਲ ਵਿੱਤੀ ਦਬਾਅ ਘੱਟ ਕੀਤਾ ਜਾ ਸਕਦਾ ਹੈ। ਮੁਨਾਫੇ ਦੀ ਸਹੀ ਵਰਤੋਂ
ਪ੍ਰਤੀਕਾਤਮਕ ਸੰਕੇਤ। ਜੇਕਰ ਕੰਪਨੀ ਆਪਣੇ ਮੁਨਾਫੇ ਨੂੰ ਡਿਵੀਡੈਂਡ, ਸ਼ੇਅਰ ਬਾਇਬੈਕ ਅਤੇ ਰਿਟੇਨਡ ਅਰਨਿੰਗਸ ਦੇ ਰੂਪ ਵਿੱਚ ਸਹੀ ਤਰੀਕੇ ਨਾਲ ਵਰਤੀ ਹੈ ਤਾਂ ਇਹ ਨਿਵੇਸ਼ਕਾਂ ਲਈ ਬਹੁਤ ਹੀ ਪੋਜ਼ਿਟਿਵ ਸੰਕੇਤ ਹੁੰਦਾ ਹੈ। ਇਸ ਤਰ੍ਹਾਂ ਆਊਟਪੁੱਟ ਪਾਈਪਸ ਦਾ ਵਿਸ਼ਲੇਸ਼ਣ ਅਤੇ ਸਹੀ ਪ੍ਰਬੰਧਨ ਕੰਪਨੀ ਦੀ ਵਿੱਤੀ ਸਥਿਤੀ ਅਤੇ ਲੰਬੀ ਮਿਆਦ ਦੀ ਸਫਲਤਾ ਲਈ ਬਹੁਤ ਮਹੱਤਵਪੂਰਨ ਹੈ। ਫਾਲਕਨ ਮੈਥਡ ਦਾ ਮੁੱਖ ਉਦੇਸ਼। ਫਾਲਕਨ ਮੈਥਡ ਸਾਨੂੰ ਸਟਾਕ ਮਾਰਕੀਟ ਵਿੱਚ ਲੰਬੇ ਸਮੇਂ ਤੱਕ ਸ਼ੇਅਰ ਹੋਲਡ ਕਰਨ ਦੀ ਸਲਾਹ ਦਿੰਦਾ ਹੈ। ਇਹ ਪੁਰਾਣੇ ਕਵਾਂਟ ਮਾਡਲ ਤੋਂ ਬਿਲਕੁਲ ਵੱਖ ਹੈ। ਕਵਾਂਟ ਮਾਡਲ ਅਨੁਸਾਰ ਤੁਸੀਂ ਕੁਝ ਪਰਿਮਾਣਿਕ ਤਰੀਕਿਆਂ ਨਾਲ ਵਧੀਆ ਸ਼ੇਅਰ ਖਰੀਦਦੇ ਹੋ, 1 ਸਾਲ ਤੱਕ ਰੱਖਦੇ ਹੋ ਅਤੇ ਫਿਰ ਉਹਨਾਂ ਨੂੰ ਵੇਚ ਦਿੰਦੇ ਹੋ। ਇਸ ਨੂੰ ਹਰ ਸਾਲ ਦੁਹਰਾਇਆ ਜਾਂਦਾ ਹੈ। ਕਵਾਂਟ ਮਾਡਲ ਦੀਆਂ ਚੁਣੌਤੀਆਂ। 1 ਸਾਲ ਦਾ ਸਮਾਂ ਕੰਪਨੀ ਦੀ ਯੋਜਨਾਵਾਂ ਦੇ ਨਤੀਜੇ ਦੇਖਣ ਲਈ ਕਾਫੀ ਨਹੀਂ ਹੁੰਦਾ। ਤੁਸੀਂ ਉਹ ਸ਼ੇਅਰ ਵੀ ਖਰੀਦ ਸਕਦੇ ਹੋ ਜਿਨ੍ਹਾਂ ਬਾਰੇ ਤੁਸੀਂ ਕਦੇ ਸੁਣਿਆ ਨਹੀਂ ਹੁੰਦਾ। ਕਈ ਵਾਰ 1 ਸਾਲ ਵਿੱਚ ਸ਼ੇਅਰ ਵੇਚਣ ਨਾਲ ਤੁਸੀਂ ਕੰਪਨੀ ਦੀ ਵਾਸਤਵਿਕ ਗਰੋਥ ਦਾ ਹਿੱਸਾ ਬਣਨ ਦਾ ਮੌਕਾ ਗਵਾ ਦਿੰਦੇ ਹੋ। ਫਾਲਕਨ ਮੈਥਡ ਦਾ ਬਹੁਲਡ ਦ੍ਰਿਸ਼ਟੀਕੋਣ। ਫਾਲਕਨ ਮੈਥਡ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਕੁਆਲਿਟੀ ਵਾਈਜ਼ ਚੰਗੇ ਸ਼ੇਅਰ ਚੁਣਨੇ ਚਾਹੀਦੇ ਹਨ ਅਤੇ ਉਹਨਾਂ ਨੂੰ ਲੰਬੇ ਸਮੇਂ ਲਈ ਰੱਖਣਾ ਚਾਹੀਦਾ ਹੈ। ਇਸ ਤਰੀਕੇ ਨਾਲ ਤੁਸੀਂ ਡਿਵੀਡੈਂਡ ਰੂਪ ਵਿੱਚ ਨਿਰੰਤਰ ਆਮਦਨ ਪ੍ਰਾਪਤ ਕਰ ਸਕਦੇ ਹੋ। ਬਹੁਲਡ ਰਣਨੀਤੀ ਦਾ ਮੁੱਖ ਉਦੇਸ਼ ਹੈ ਉੱਚ ਗੁਣਵੱਤਾ ਵਾਲੇ ਸ਼ੇਅਰ ਖਰੀਦਣਾ ਅਤੇ ਉਹਨਾਂ ਨੂੰ ਲੰਬੇ ਸਮੇਂ ਤੱਕ ਰੱਖਣਾ। ਇਹ ਦ੍ਰਿਸ਼ਟੀਕੋਣ ਕੰਪਨੀਆਂ ਦੀ ਗਰੋਥ ਅਤੇ ਉਹਨਾਂ ਦੀ ਸਫਲਤਾ ਦਾ ਹਿੱਸਾ ਬਣਨ ਦਾ ਮੌਕਾ ਦਿੰਦਾ ਹੈ। ਜਦੋਂ ਤੁਸੀਂ ਇੱਕ ਚੰਗੇ ਸ਼ੇਅਰ ਨੂੰ ਲੰਬੇ ਸਮੇਂ ਤੱਕ ਹੋਲਡ ਕਰਦੇ ਹੋ ਤਾਂ ਤੁਸੀਂ ਕੰਪਨੀ ਦੀ ਵਿਕਾਸ ਦਾ ਲਾਭ ਉਠਾ ਸਕਦੇ ਹੋ ਅਤੇ ਡਿਵੀਡੈਂਡ ਦੇ ਰੂਪ ਵਿੱਚ ਨਿਰੰਤਰ ਆਮਦਨ ਪ੍ਰਾਪਤ ਕਰ ਸਕਦੇ ਹੋ। ਇਸ ਤਰ੍ਹਾਂ ਫਾਲਕਨ ਮੈਥਡ ਦੀ ਖਰੀਦ ਕੇ ਰੱਖੋ ਰਣਨੀਤੀ ਸਾਨੂੰ ਸਿਖਾਉਂਦੀ ਹੈ ਕਿ ਕੁਆਲਿਟੀ ਸ਼ੇਅਰਜ਼ ਵਿੱਚ ਨਿਵੇਸ਼ ਕਰੋ ਅਤੇ ਲੰਬੇ ਸਮੇਂ ਤੱਕ ਉਹਨਾਂ ਨੂੰ ਰੱਖੋ ਤਾਂ ਜੋ ਸਮੇਂ ਦੇ ਨਾਲ ਵਧੀਆ ਰਿਟਰਨ ਪ੍ਰਾਪਤ ਕੀਤਾ ਜਾ ਸਕੇ। ਫਾਲਕਨ ਮੈਥਡ ਦਾ ਮੁੱਖ ਫਾਇਦਾ। ਇਹ ਲੰਬੀ ਮਿਆਦ ਵਿੱਚ ਸਥਿਰ ਅਤੇ ਲਾਭਕਾਰੀ ਨਿਵੇਸ਼ ਲਈ ਇੱਕ ਆਦਰਸ਼ ਤਰੀਕਾ ਹੈ। ਬਾਜ਼ਾਰ ਦੀ ਤਾਤਕਾਲਿਕ ਉਤਾਰ ਚੜਾਵ ਤੋਂ ਬਚਾ ਲੈਂਦਾ ਹੈ। ਤੁਹਾਨੂੰ ਠੋਸ ਵਿੱਤੀ ਭਵਿੱਖ ਵੱਲ ਲੈ ਜਾਂਦਾ ਹੈ। ਬਾਏ ਐਂਡ ਹੋਲਡ ਨੀਤੀ ਨਾਲ ਤੁਹਾਨੂੰ ਕੰਪਨੀ ਦੀ ਲੰਬੇ ਸਮੇਂ ਦੀ ਗਰੋਥ ਅਤੇ ਡਿਵੀਡੈਂਡ ਤੋਂ ਸਥਿਰ ਆਮਦਨ ਮਿਲਦੀ ਹੈ। ਫਾਲਕਨ ਮੈਥਡ ਦੀ ਪਹਿਲੀ ਰਣਨੀਤੀ। 1 ਟਾਪ ਕੁਆਲਿਟੀ ਕੰਪਨੀਆਂ ਦੀ ਚੋਣ ਕਰੋ। ਫਾਲਕਨ ਮੈਥਡ ਵਿੱਚ ਸਭ ਤੋਂ ਪਹਿਲੀ ਚੀਜ਼ ਜੋ ਤੁਹਾਨੂੰ ਕਰਨੀ ਹੈ ਉਹ ਹੈ ਉੱਚ ਕੁਆਲਿਟੀ ਵਾਲੀਆਂ ਕੰਪਨੀਆਂ ਦੀ ਚੋਣ। ਤੁਸੀਂ ਉਹਨਾਂ ਕੰਪਨੀਆਂ ਤੇ ਧਿਆਨ ਕੇਂਦਰਿਤ ਕਰੋ ਜੋ ਪਿਛਲੇ 20 ਸਾਲਾਂ ਤੋਂ ਨਿਰੰਤਰ ਆਪਣੇ ਸ਼ੇਅਰ ਹੋਲਡਰਜ਼ ਨੂੰ ਸ਼ਾਨਦਾਰ ਡਿਵੀਡੈਂਡ ਦੇ ਰਹੀਆਂ ਹਨ। ਇਹ ਦਰਸਾਉਂਦਾ ਹੈ ਕਿ ਇਹ ਕੰਪਨੀਆਂ ਸਮੇਂ ਦੇ ਨਾਲ ਸਥਿਰਤਾ ਅਤੇ ਉੱਚ ਗੁਣਵੱਤਾ ਨੂੰ ਬਰਕਰਾਰ ਰੱਖਣ ਵਿੱਚ ਸਮਰੱਥ ਹਨ। ਡਿਵੀਡੈਂਡ ਹਿਸਟਰੀ ਦਾ ਮਹੱਤਵ। ਲੇਖਕ ਇਹ ਸਲਾਹ ਦਿੰਦੇ ਹਨ ਕਿ ਤੁਸੀਂ ਕਦੇ ਵੀ ਕੰਪਨੀ ਦੀ ਡਿਵੀਡੈਂਡ ਹਿਸਟਰੀ ਨਾਲ ਸਮਝੌਤਾ ਨਾ ਕਰੋ, ਕਿਉਂਕਿ 20 ਸਾਲਾਂ ਦੀ ਡਿਵੀਡੈਂਡ ਹਿਸਟਰੀ ਇਹ ਦਰਸਾਉਂਦੀ ਹੈ ਕਿ ਕੰਪਨੀ ਨੇ ਇੱਕ ਜਾਂ ਵੱਧ ਮੰਦੀਆਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਹੈ। ਜੇਕਰ ਕੰਪਨੀ ਨੇ ਮੰਦੀ ਦੇ ਦੌਰਾਨ ਵੀ ਡਿਵੀਡੈਂਡ ਵਿੱਚ ਕਟੌਤੀ ਨਹੀਂ ਕੀਤੀ ਤਾਂ ਇਹ ਮਜ਼ਬੂਤ ਸੰਕੇਤ ਹੈ ਕਿ ਕੰਪਨੀ ਦੀ ਅਰਨਿੰਗ ਪਾਵਰ ਅਤੇ ਤਾਕਤ ਬਰਕਰਾਰ ਹੈ। ਮਜ਼ਬੂਤ ਵਿੱਤੀ ਢਾਂਚਾ। ਜਦੋਂ ਕੰਪਨੀ ਨੇ ਮੰਦੀ ਦੌਰਾਨ ਵੀ ਆਪਣੇ ਡਿਵੀਡੈਂਡ ਨੂੰ ਘਟਾਇਆ ਨਹੀਂ ਤਾਂ ਇਹ ਦਰਸਾਉਂਦਾ ਹੈ ਕਿ ਕੰਪਨੀ ਦਾ ਆਧਾਰ ਮਜ਼ਬੂਤ ਹੈ। ਇਸ ਦਾ ਅਰਥ ਇਹ ਹੈ ਕਿ ਕੰਪਨੀ ਕੋਲ ਇੱਕ ਸਸ਼ਕਤ ਵਿੱਤੀ ਢਾਂਚਾ ਹੈ ਜੋ ਇਸ ਨੂੰ ਆਰਥਿਕ ਮੰਦੀ ਤੋਂ ਬਚਾ ਸਕਦਾ ਹੈ। ਉੱਚ ਡਿਵੀਡੈਂਡ ਪੇਆਊਟ ਰੇਸ਼ੋ ਵਾਲੀਆਂ ਕੰਪਨੀਆਂ ਨੂੰ ਤਰਜੀਹ ਦਿਓ। ਲੇਖਕ ਸਲਾਹ ਦਿੰਦੇ ਹਨ ਕਿ ਉਹਨਾਂ ਕੰਪਨੀਆਂ ਦੀ ਚੋਣ ਕਰੋ ਜਿਨ੍ਹਾਂ ਦਾ ਪੇਆਊਟ ਰੇਸ਼ੋ ਸਭ ਤੋਂ ਉੱਚਾ ਹੈ। ਡਿਵੀਡੈਂਡ ਪੇਆਊਟ ਰੇਸ਼ੋ ਦਰਸਾਉਂਦਾ ਹੈ ਕਿ ਕੰਪਨੀ ਆਪਣੇ ਮੁਨਾਫੇ ਦਾ ਕਿੰਨਾ ਹਿੱਸਾ ਡਿਵੀਡੈਂਡ ਰੂਪ ਵਿੱਚ ਸ਼ੇਅਰ ਹੋਲਡਰਜ਼ ਨੂੰ ਵਾਪਸ ਦੇ ਰਹੀ ਹੈ। ਜਦੋਂ ਇਹ ਅਨੁਪਾਤ ਉੱਚ ਹੁੰਦਾ ਹੈ ਤਾਂ ਇਸ ਦਾ ਅਰਥ ਹੈ ਕਿ ਕੰਪਨੀ ਆਪਣੇ ਲਾਭ ਦਾ ਵੱਡਾ ਹਿੱਸਾ ਨਿਵੇਸ਼ਕਾਂ ਨੂੰ ਵਾਪਸ ਕਰ ਰਹੀ ਹੈ, ਜੋ ਇੱਕ ਸ਼ਾਨਦਾਰ ਸੰਕੇਤ ਹੈ। ਫਾਲਕਨ ਮੈਥਡ ਅਨੁਸਾਰ ਵਿੱਤੀ ਵਿਸ਼ਲੇਸ਼ਣ ਦੇ ਤਰੀਕੇ। ਕੰਪਨੀ ਦੇ ਵਿੱਤੀ ਡਾਟਾ ਦਾ ਵਿਸ਼ਲੇਸ਼ਣ ਕਰੋ।
ਕੰਪਨੀ ਦੀ ਸਥਿਰਤਾ ਅਤੇ ਲਾਭਪ੍ਰਦਤਾ ਦਾ ਮੁਲਾਂਕਣ ਕਰੋ। ਡਿਵੀਡੈਂਡ ਹਿਸਟਰੀ ਦੀ ਜਾਂਚ ਕਰੋ। ਪਿਛਲੇ 20 ਸਾਲਾਂ ਦੀ ਡਿਵੀਡੈਂਡ ਹਿਸਟਰੀ ਦੀ ਜਾਂਚ ਕਰੋ ਤਾਂ ਕਿ ਇਹ ਪੱਕਾ ਕੀਤਾ ਜਾ ਸਕੇ ਕਿ ਕੰਪਨੀ ਨੇ ਆਰਥਿਕ ਮੰਦੀ ਵਿੱਚ ਵੀ ਡਿਵੀਡੈਂਡ ਵਿੱਚ ਕਟੌਤੀ ਨਹੀਂ ਕੀਤੀ। ਅਰਨਿੰਗ ਪਾਵਰ ਦੀ ਜਾਂਚ ਕਰੋ। ਕੰਪਨੀ ਦੀ ਅਰਨਿੰਗ ਪਾਵਰ ਅਤੇ ਤਾਕਤ ਦਾ ਮੁਲਾਂਕਣ ਕਰੋ ਤਾਂ ਕਿ ਇੱਕ ਸਥਿਰ ਅਤੇ ਮਜ਼ਬੂਤ ਨਿਵੇਸ਼ ਚੁਣਿਆ ਜਾ ਸਕੇ। ਉੱਚ ਪੇਆਊਟ ਰੇਸ਼ੋ ਵਾਲੀਆਂ ਕੰਪਨੀਆਂ ਨੂੰ ਤਰਜੀਹ ਦਿਓ। ਇਹ ਕੰਪਨੀਆਂ ਨਿਵੇਸ਼ਕਾਂ ਨੂੰ ਵਧੀਆ ਰਿਟਰਨ ਪ੍ਰਦਾਨ ਕਰਦੀਆਂ ਹਨ। ਫਾਲਕਨ ਮੈਥਡ ਦੀ ਪਹਿਲੀ ਰਣਨੀਤੀ ਤੁਹਾਨੂੰ ਟਾਪ ਕੁਆਲਿਟੀ ਕੰਪਨੀਆਂ ਦੀ ਚੋਣ ਕਰਨ ਦੀ ਸਲਾਹ ਦਿੰਦੀ ਹੈ ਜੋ ਲੰਬੇ ਸਮੇਂ ਤੋਂ ਸਥਿਰ ਅਤੇ ਉੱਚ ਡਿਵੀਡੈਂਡ ਦੇ ਰਹੀਆਂ ਹਨ। ਇਸ ਨਾਲ ਤੁਸੀਂ ਇਹ ਯਕੀਨੀ ਬਣਾ ਸਕਦੇ ਹੋ ਕਿ ਤੁਹਾਡਾ ਨਿਵੇਸ਼ ਮਜ਼ਬੂਤ ਅਤੇ ਸਥਿਰ ਕੰਪਨੀ ਵਿੱਚ ਹੋਵੇਗਾ ਜੋ ਵਿਪਰੀਤ ਹਾਲਾਤਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ। ਇਸ ਤਰ੍ਹਾਂ ਦੀਆਂ ਕੰਪਨੀਆਂ ਲੰਬੇ ਸਮੇਂ ਦੇ ਨਿਵੇਸ਼ ਲਈ ਆਦਰਸ਼ ਹੁੰਦੀਆਂ ਹਨ ਜੋ ਤੁਹਾਡੇ ਵਿੱਤੀ ਲਕਸ਼ਾਂ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਇਸ ਰਣਨੀਤੀ ਨੂੰ ਅਪਣਾ ਕੇ ਤੁਸੀਂ ਆਪਣੇ ਨਿਵੇਸ਼ ਨੂੰ ਇੱਕ ਮਜ਼ਬੂਤ ਅਤੇ ਸਥਿਰ ਆਧਾਰ ਤੇ ਸਥਾਪਿਤ ਕਰ ਸਕਦੇ ਹੋ ਜੋ ਤੁਹਾਡੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰ ਸਕਦਾ ਹੈ। ਸਸਤੇ ਮੁੱਲ ਵਾਲੀਆਂ ਕੰਪਨੀਆਂ ਵਿੱਚ ਨਿਵੇਸ਼ ਕਰੋ। ਫਾਲਕਨ ਮੈਥਡ ਦੇ ਅਨੁਸਾਰ ਇੱਕ ਮਹੱਤਵਪੂਰਨ ਰਣਨੀਤੀ ਇਹ ਹੈ ਕਿ ਕਿਸੇ ਵੀ ਕੰਪਨੀ ਦਾ ਸ਼ੇਅਰ ਤਦ ਹੀ ਖਰੀਦੋ ਜਦੋਂ ਉਹ ਸਸਤੇ ਮੁੱਲ ਵਿੱਚ ਮਿਲ ਰਿਹਾ ਹੋਵੇ। ਤੁਹਾਨੂੰ ਕੰਪਨੀ ਦੀ ਪ੍ਰਾਈਸ ਹਿਸਟਰੀ ਧਿਆਨ ਨਾਲ ਚੈੱਕ ਕਰਨੀ ਹੋਵੇਗੀ ਅਤੇ ਇਸ ਦਾ ਐਵਰੇਜ ਲੋ ਲੈਵਲ ਕੱਢਣਾ ਹੋਵੇਗਾ। ਇਹ ਪ੍ਰਕਿਰਿਆ ਤੁਹਾਨੂੰ ਸਮਝਣ ਵਿੱਚ ਮਦਦ ਕਰੇਗੀ ਕਿ ਸ਼ੇਅਰ ਦੀ ਕੀਮਤ ਆਪਣੇ ਇਤਿਹਾਸਕ ਨਿਊਨਤਮ ਸਤਰ ਤੇ ਹੈ ਜਾਂ ਨਹੀਂ। ਨਿਵੇਸ਼ ਲਈ ਸਹੀ ਸਮਾਂ ਕਿਵੇਂ ਪਛਾਣਿਆ ਜਾਵੇ? ਸ਼ੇਅਰ ਦੀ ਕੀਮਤ ਦਾ ਵਿਸ਼ਲੇਸ਼ਣ ਕਰੋ। ਸਭ ਤੋਂ ਪਹਿਲਾਂ ਤੁਸੀਂ ਕੰਪਨੀ ਦੀ ਪ੍ਰਾਈਸ ਹਿਸਟਰੀ ਨੂੰ ਚੈੱਕ ਕਰੋ। ਇਸ ਨਾਲ ਤੁਸੀਂ ਪਿਛਲੇ ਕੁਝ ਸਾਲਾਂ ਵਿੱਚ ਕੀਮਤਾਂ ਦੇ ਉਤਾਰ ਚੜ੍ਹਾਅ ਨੂੰ ਸਮਝ ਸਕੋਗੇ। ਐਵਰੇਜ ਲੋ ਲੈਵਲ ਕੱਢੋ। ਇਹ ਦਰਸਾਉਂਦਾ ਹੈ ਕਿ ਕੰਪਨੀ ਦੇ ਸ਼ੇਅਰ ਨੇ ਇਤਿਹਾਸਕ ਤੌਰ ਤੇ ਕਿੰਨੀ ਘੱਟ ਕੀਮਤ ਵੇਖੀ ਹੈ। ਜਦੋਂ ਸ਼ੇਅਰ ਆਪਣੀ ਐਵਰੇਜ ਲੋ ਲੈਵਲ ਤੇ ਟਰੇਡ ਕਰ ਰਿਹਾ ਹੋਵੇ ਤਾਂ ਇਹ ਇੱਕ ਸ਼ਾਨਦਾਰ ਐਂਟਰੀ ਪੁਆਇੰਟ ਦਾ ਸੰਕੇਤ ਹੈ। ਇਸ ਸਮੇਂ ਸ਼ੇਅਰ ਖਰੀਦਣਾ ਸਭ ਤੋਂ ਵਧੀਆ ਹੁੰਦਾ ਹੈ ਕਿਉਂਕਿ ਤੁਸੀਂ ਘੱਟ ਕੀਮਤ ਤੇ ਇੱਕ ਚੰਗਾ ਨਿਵੇਸ਼ ਕਰ ਸਕਦੇ ਹੋ ਅਤੇ ਭਵਿੱਖ ਵਿੱਚ ਵੱਧ ਰਿਟਰਨ ਦੀ ਉਮੀਦ ਕਰ ਸਕਦੇ ਹੋ। ਓਵਰਵੈਲਿਊਡ ਸ਼ੇਅਰ ਤੋਂ ਬਚੋ। ਦੂਜੇ ਪਾਸੇ ਜਦੋਂ ਕੰਪਨੀ ਦਾ ਸ਼ੇਅਰ ਓਵਰਵੈਲਿਊਡ ਹੋਵੇ ਅਰਥਾਤ ਉਸ ਦੀ ਕੀਮਤ ਉਸ ਦੇ ਅਸਲੀ ਮੁੱਲ ਤੋਂ ਜ਼ਿਆਦਾ ਹੋਵੇ ਤਾਂ ਇਸ ਸਮੇਂ ਉਹ ਸ਼ੇਅਰ ਖਰੀਦਣ ਤੋਂ ਬਚਣਾ ਚਾਹੀਦਾ ਹੈ। ਓਵਰਵੈਲਿਊਡ ਸ਼ੇਅਰ ਵਿੱਚ ਨਿਵੇਸ਼ ਕਰਨ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਅਤੇ ਵਧੀਆ ਰਿਟਰਨ ਦੀ ਸੰਭਾਵਨਾ ਘੱਟ ਹੋ ਸਕਦੀ ਹੈ। ਸਸਤੇ ਮੁੱਲ ਤੇ ਚੰਗੇ ਸ਼ੇਅਰ ਖਰੀਦੋ। ਫਾਲਕਨ ਮੈਥਡ ਦੀ ਇਸ ਰਣਨੀਤੀ ਦੇ ਤਹਿਤ ਤੁਹਾਨੂੰ ਸ਼ੇਅਰ ਤਦ ਖਰੀਦਣਾ ਚਾਹੀਦਾ ਹੈ ਜਦੋਂ ਉਹ ਸਸਤੇ ਮੁੱਲ ਤੇ ਮੌਜੂਦ ਹੋਵੇ ਅਤੇ ਉਸ ਦੇ ਇਤਿਹਾਸਕ ਨਿਊਨਤਮ ਸਤਰ ਦੇ ਨੇੜੇ ਹੋਵੇ। ਇਸ ਤਰੀਕੇ ਨਾਲ ਤੁਸੀਂ ਘੱਟ ਕੀਮਤ ਤੇ ਚੰਗੇ ਸ਼ੇਅਰ ਦੀ ਚੋਣ ਕਰ ਸਕਦੇ ਹੋ ਅਤੇ ਭਵਿੱਖ ਵਿੱਚ ਵਧੀਆ ਰਿਟਰਨ ਪ੍ਰਾਪਤ ਕਰ ਸਕਦੇ ਹੋ। ਇਹ ਤਰੀਕਾ ਤੁਹਾਨੂੰ ਲਾਭਕਾਰੀ ਨਿਵੇਸ਼ ਦੀ ਸਥਿਤੀ ਵਿੱਚ ਰੱਖਦਾ ਹੈ ਅਤੇ ਤੁਹਾਨੂੰ ਲੰਬੇ ਸਮੇਂ ਵਿੱਚ ਸਫਲਤਾ ਪ੍ਰਾਪਤ ਕਰਵਾ ਸਕਦਾ ਹੈ। ਫਿਲਟਰ ਕਰੋ ਅਤੇ ਸ਼ਾਰਟਲਿਸਟ ਕਰੋ। ਜਦੋਂ ਤੁਸੀਂ ਟਾਪ ਕੁਆਲਿਟੀ ਸ਼ੇਅਰ ਦੀ ਚੋਣ ਕਰ ਲੈਂਦੇ ਹੋ ਅਤੇ ਇਹ ਵੀ ਪਤਾ ਕਰ ਲੈਂਦੇ ਹੋ ਕਿ ਕਦੋਂ ਨਿਵੇਸ਼ ਕਰਨਾ ਹੈ ਤਾਂ ਅਗਲਾ ਕਦਮ ਇਹਨਾਂ ਸ਼ੇਅਰਜ਼ ਨੂੰ ਫਿਲਟਰ ਕਰਨਾ ਹੈ। ਇਸ ਪ੍ਰਕਿਰਿਆ ਵਿੱਚ 3 ਮਹੱਤਵਪੂਰਨ ਚੀਜ਼ਾਂ ਦੀ ਤੁਲਨਾ ਕਰਨੀ ਪਵੇਗੀ। ਪਹਿਲੀ ਚੀਜ਼ ਜੋ ਤੁਹਾਨੂੰ ਦੇਖਣੀ ਹੈ ਉਹ ਹੈ ਡਿਵੀਡੈਂਡ ਯੀਲਡ। ਡਿਵੀਡੈਂਡ ਯੀਲਡ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੰਪਨੀ ਨੇ ਸਾਲ ਭਰ ਵਿੱਚ ਪਰ ਸ਼ੇਅਰ ਜੋ ਡਿਵੀਡੈਂਡ ਦਿੱਤਾ ਹੈ ਉਹ ਕਰੰਟ ਸ਼ੇਅਰ ਪ੍ਰਾਈਸ ਦਾ ਕਿੰਨਾ ਪ੍ਰਤੀਸ਼ਤ ਹੈ। ਇਸ ਦਾ ਉੱਚ ਹੋਣਾ ਇੱਕ ਚੰਗਾ ਸੰਕੇਤ ਹੋ ਸਕਦਾ ਹੈ। ਇਹ ਦਰਸਾਉਂਦਾ ਹੈ ਕਿ ਕੰਪਨੀ ਆਪਣੇ ਸ਼ੇਅਰ ਹੋਲਡਰਜ਼ ਨੂੰ ਵਧੀਆ ਰਿਟਰਨ ਦੇ ਰਹੀ ਹੈ। ਫਾਲਕਨ ਮੈਥਡ ਫਰੀ ਕੈਸ਼ ਫਲੋ ਯੀਲਡ ਦੀ ਗਣਨਾ। ਫਰੀ ਕੈਸ਼ ਫਲੋ ਯੀਲਡ ਉਸ ਰਕਮ ਨੂੰ ਦਰਸਾਉਂਦੀ ਹੈ ਜੋ ਕੰਪਨੀ ਦੇ ਸਾਰੇ ਖਰਚਿਆਂ ਦੇ ਬਾਅਦ ਬਚਦੀ ਹੈ। ਇਸ ਦੀ ਗਣਨਾ ਕਰਨ ਲਈ ਤੁਸੀਂ ਕੰਪਨੀ ਦੇ ਟੋਟਲ ਕੈਸ਼ ਫਲੋ ਨੂੰ ਉਸ ਦੇ ਟੋਟਲ ਨੰਬਰ ਆਫ ਸ਼ੇਅਰਜ਼ ਨਾਲ ਵੰਡੋ। ਇਸ ਤਰ੍ਹਾਂ ਤੁਹਾਨੂੰ ਫਰੀ ਕੈਸ਼ ਫਲੋ ਪਰ ਸ਼ੇਅਰ ਮਿਲੇਗਾ।
ਫਿਰ ਫਰੀ ਕੈਸ਼ ਫਲੋ ਪਰ ਸ਼ੇਅਰ ਨੂੰ ਕੰਪਨੀ ਦੇ ਕਰੰਟ ਮਾਰਕੀਟ ਪ੍ਰਾਈਸ ਨਾਲ ਵੰਡੋ ਤਾਂ ਤੁਹਾਨੂੰ ਫਰੀ ਕੈਸ਼ ਫਲੋ ਯੀਲਡ ਮਿਲ ਜਾਵੇਗੀ। ਫਰੀ ਕੈਸ਼ ਫਲੋ ਯੀਲਡ ਤੋਂ ਇਹ ਪਤਾ ਲੱਗਦਾ ਹੈ ਕਿ ਕੰਪਨੀ ਆਪਣੇ ਕੈਸ਼ ਨੂੰ ਕਿੰਨੀ ਚੰਗੀ ਤਰ੍ਹਾਂ ਮੈਨੇਜ ਕਰ ਰਹੀ ਹੈ। ਇਹ ਇੱਕ ਮਹੱਤਵਪੂਰਨ ਸੂਚਕ ਹੈ ਜੋ ਕੰਪਨੀ ਦੀ ਵਿੱਤੀ ਸਥਿਰਤਾ ਅਤੇ ਕੈਸ਼ ਮੈਨੇਜਮੈਂਟ ਦੀ ਯੋਗਤਾ ਨੂੰ ਦਰਸਾਉਂਦਾ ਹੈ। ਸ਼ੇਅਰ ਹੋਲਡਰ ਯੀਲਡ। ਅੰਤ ਵਿੱਚ ਸ਼ੇਅਰ ਹੋਲਡਰ ਯੀਲਡ ਦੀ ਗਣਨਾ ਕਰੋ। ਇਹ ਸਾਨੂੰ ਦੱਸਦਾ ਹੈ ਕਿ ਕੰਪਨੀ ਆਪਣੇ ਇਨਵੈਸਟਰਸ ਨਾਲ ਕਿੰਨਾ ਪੈਸਾ ਸਾਂਝਾ ਕਰਦੀ ਹੈ। ਇਹ ਡਿਵੀਡੈਂਡ ਰਾਹੀਂ ਹੋ ਸਕਦਾ ਹੈ ਜਾਂ ਸ਼ੇਅਰ ਬਾਇਬੈਕ ਰਾਹੀਂ। ਉੱਚ ਸ਼ੇਅਰ ਹੋਲਡਰ ਯੀਲਡ ਇਸ ਗੱਲ ਦਾ ਸੰਕੇਤ ਹੈ ਕਿ ਕੰਪਨੀ ਆਪਣੇ ਸ਼ੇਅਰ ਹੋਲਡਰਸ ਨੂੰ ਵਧੀਆ ਰਿਟਰਨ ਦਿੰਦੀ ਹੈ। ਕੀ ਇਹ ਤੁਹਾਨੂੰ ਆਕਰਸ਼ਕ ਨਹੀਂ ਲੱਗਦਾ? ਫਿਲਟਰ ਅਤੇ ਚੋਣ। ਫਾਲਕਨ ਮੈਥਡ ਦੀ ਇਸ ਰਣਨੀਤੀ ਦੇ ਤਹਿਤ ਟਾਪ ਕੁਆਲਿਟੀ ਸ਼ੇਅਰਸ ਨੂੰ ਡਿਵੀਡੈਂਡ ਯੀਲਡ, ਫਰੀ ਕੈਸ਼ ਫਲੋ ਯੀਲਡ ਅਤੇ ਸ਼ੇਅਰ ਹੋਲਡਰ ਯੀਲਡ ਦੇ ਆਧਾਰ ਤੇ ਫਿਲਟਰ ਕਰੋ। ਇਸ ਪ੍ਰਕਿਰਿਆ ਨਾਲ ਤੁਹਾਨੂੰ ਇਹ ਫੈਸਲਾ ਕਰਨ ਵਿੱਚ ਮਦਦ ਮਿਲੇਗੀ ਕਿ ਕਿਹੜੇ ਸ਼ੇਅਰਸ ਤੁਹਾਡੇ ਨਿਵੇਸ਼ ਲਈ ਸਭ ਤੋਂ ਉਚਿਤ ਹਨ। ਇਸ ਤਰੀਕੇ ਨਾਲ ਤੁਸੀਂ ਮਜ਼ਬੂਤ ਅਤੇ ਲਾਭਕਾਰੀ ਕੰਪਨੀ ਵਿੱਚ ਨਿਵੇਸ਼ ਯਕੀਨੀ ਕਰ ਸਕਦੇ ਹੋ ਜੋ ਤੁਹਾਨੂੰ ਵਧੀਆ ਰਿਟਰਨ ਅਤੇ ਸਥਿਰਤਾ ਦੇ ਸਕਦੀ ਹੈ। ਕੀ ਤੁਸੀਂ ਇਸੇ ਤੁਰੰਤ ਲਾਗੂ ਕਰਨ ਲਈ ਤਿਆਰ ਹੋ? ਫਾਲਕਨ ਮੈਥਡ ਰੈਂਕ ਦ ਸਰਵਾਈਵਰਸ। ਜਦੋਂ ਤੁਸੀਂ ਫਿਲਟਰ ਕਰ ਲੈਂਦੇ ਹੋ ਅਤੇ ਟਾਪ ਕੁਆਲਿਟੀ ਸ਼ੇਅਰਸ ਦੀ ਚੋਣ ਕਰ ਲੈਂਦੇ ਹੋ, ਤਦ ਅਗਲਾ ਕਦਮ ਉਹਨਾਂ ਸ਼ੇਅਰਸ ਨੂੰ ਕਰੰਟ ਵੈਲੂਏਸ਼ਨ ਦੇ ਆਧਾਰ ਤੇ ਰੈਂਕ ਕਰਨਾ ਹੈ। ਆਓ ਸਮਝੀਏ ਇਹ ਕਿਵੇਂ ਕਰਨਾ ਹੈ। ਪਹਿਲਾ ਰੈਂਕ ਵਧੀਆ ਮੁੱਲ ਤੇ ਮੌਜੂਦ ਸ਼ੇਅਰਸ। ਇਹ ਉਹ ਸ਼ੇਅਰਸ ਹੁੰਦੇ ਹਨ ਜੋ ਐਵਰੇਜ ਵੈਲੂਏਸ਼ਨ ਤੋਂ ਵੀ ਵਧੀਆ ਮੁੱਲ ਤੇ ਮੌਜੂਦ ਹੁੰਦੇ ਹਨ। ਇਹ ਸ਼ਾਨਦਾਰ ਨਿਵੇਸ਼ ਦੇ ਮੌਕੇ ਹੁੰਦੇ ਹਨ। ਇਹਨਾਂ ਨੂੰ ਆਪਣੀ ਟਾਪ ਪ੍ਰਾਇਰਟੀ ਤੇ ਰੱਖੋ ਕਿਉਂਕਿ ਇਹ ਘੱਟ ਕੀਮਤ ਤੇ ਵਧੀਆ ਮੌਕੇ ਪ੍ਰਦਾਨ ਕਰਦੇ ਹਨ। ਦੂਜਾ ਰੈਂਕ ਐਵਰੇਜ ਵੈਲੂਏਸ਼ਨ ਤੇ ਸ਼ੇਅਰਸ। ਇਹ ਸ਼ੇਅਰਸ ਐਵਰੇਜ ਮੁੱਲ ਤੇ ਮੌਜੂਦ ਹੁੰਦੇ ਹਨ। ਇਹਨਾਂ ਨੂੰ ਧਿਆਨ ਨਾਲ ਦੇਖੋ ਕਿਉਂਕਿ ਇਹ ਮੱਧਮ ਜੋਖਮ ਨਾਲ ਆਉਂਦੇ ਹਨ। ਵਿਸ਼ਲੇਸ਼ਣ ਅਤੇ ਜਾਣਕਾਰੀ ਦੀ ਵਧੇਰੇ ਜ਼ਰੂਰਤ ਹੁੰਦੀ ਹੈ। ਤੀਜਾ ਰੈਂਕ ਮਹਿੰਗੇ ਅਤੇ ਓਵਰਵੈਲਿਊਡ ਸ਼ੇਅਰਸ। ਇਹ ਸ਼ੇਅਰਸ ਐਵਰੇਜ ਵੈਲੂਏਸ਼ਨ ਤੋਂ ਕਾਫੀ ਉੱਪਰ ਅਤੇ ਮਹਿੰਗੇ ਮੁੱਲ ਤੇ ਟ੍ਰੇਡ ਕਰ ਰਹੇ ਹੁੰਦੇ ਹਨ। ਇਹਨਾਂ ਸ਼ੇਅਰਸ ਤੋਂ ਬਚੋ ਕਿਉਂਕਿ ਇਹ ਘੱਟ ਰਿਟਰਨ ਦੇ ਸਕਦੇ ਹਨ ਅਤੇ ਵੱਡੇ ਨੁਕਸਾਨ ਦਾ ਸੰਕੇਤ ਹੋ ਸਕਦਾ ਹੈ। ਇਸ ਤਰੀਕੇ ਨਾਲ ਰੈਂਕਿੰਗ ਕਰਨ ਨਾਲ ਤੁਹਾਨੂੰ ਵਧੀਆ ਸ਼ੇਅਰਸ ਦੀ ਚੋਣ ਵਿੱਚ ਸਹਾਇਤਾ ਮਿਲਦੀ ਹੈ ਜੋ ਘੱਟ ਜੋਖਮ ਅਤੇ ਉੱਚ ਰਿਟਰਨ ਪ੍ਰਦਾਨ ਕਰ ਸਕਦੇ ਹਨ। ਫਾਲਕਨ ਮੈਥਡ ਸਮਾਰਟ ਨਿਵੇਸ਼ ਲਈ ਅੰਤਿਮ ਰਣਨੀਤੀਆਂ। ਇਸ ਰਣਨੀਤੀ ਅਨੁਸਾਰ ਸ਼ੇਅਰਸ ਨੂੰ 3 ਰੈਂਕ ਵਿੱਚ ਵੰਡੋ। ਸ਼੍ਰੇਣੀ 1 ਵਧੀਆ ਕੁਆਲਿਟੀ ਸ਼ੇਅਰਸ ਜੋ ਨਿਵੇਸ਼ ਲਈ ਸ਼ਾਨਦਾਰ ਮੌਕੇ ਪ੍ਰਦਾਨ ਕਰਦੇ ਹਨ। ਸ਼੍ਰੇਣੀ 2 ਉਹ ਸ਼ੇਅਰਸ ਜੋ ਔਸਤ ਮੁੱਲ ਤੇ ਮੌਜੂਦ ਹਨ ਪਰ ਧਿਆਨ ਨਾਲ ਵਿਸ਼ਲੇਸ਼ਣ ਦੀ ਲੋੜ ਹੁੰਦੀ ਹੈ। ਸ਼੍ਰੇਣੀ 3 ਉਹ ਸ਼ੇਅਰਸ ਜੋ ਮਹਿੰਗੇ ਮੁੱਲ ਤੇ ਹਨ। ਇਹਨਾਂ ਸ਼ੇਅਰਸ ਤੋਂ ਬਚੋ ਕਿਉਂਕਿ ਇਹ ਘੱਟ ਰਿਟਰਨ ਦੇ ਸਕਦੇ ਹਨ। ਇਸ ਤਰੀਕੇ ਨਾਲ ਤੁਸੀਂ ਕੁਆਲਿਟੀ ਸ਼ੇਅਰਸ ਨੂੰ ਬਾਕੀ ਸ਼ੇਅਰਸ ਤੋਂ ਆਸਾਨੀ ਨਾਲ ਵੱਖ ਕਰ ਸਕਦੇ ਹੋ ਅਤੇ ਆਪਣੇ ਨਿਵੇਸ਼ ਨੂੰ ਸਮਝਦਾਰੀ ਨਾਲ ਮੈਨੇਜ ਕਰ ਸਕਦੇ ਹੋ। ਕੀ ਤੁਸੀਂ ਇਸ ਰਣਨੀਤੀ ਨੂੰ ਅਪਣਾਉਣ ਲਈ ਤਿਆਰ ਹੋ? ਫਾਲਕਨ ਮੈਥਡ ਲਓ ਕੁਆਲਿਟੇਟਿਵ ਜਜਮੈਂਟ। ਹੁਣ ਜਦੋਂ ਤੁਸੀਂ ਸਾਰੀ ਵਿਸ਼ਲੇਸ਼ਣ ਕਰ ਲਈ ਹੈ, ਤੁਹਾਡੀ ਨੌਲੇਜ ਕਾਫੀ ਵੱਧ ਚੁੱਕੀ ਹੋਵੇਗੀ। ਇਸ ਅੰਤਿਮ ਪੜਾਅ ਵਿੱਚ ਕੁਆਲਿਟੇਟਿਵ ਜਜਮੈਂਟ ਲੈਣਾ ਆਸਾਨ ਹੋਵੇਗਾ। ਹੁਣ ਤੁਹਾਡੇ ਪੋਰਟਫੋਲੀਓ ਵਿੱਚ ਸਿਰਫ ਕੁਆਲਿਟੀ ਸ਼ੇਅਰਸ ਹੀ ਰਹਿ ਜਾਣਗੇ। ਕੀ ਤੁਸੀਂ ਸਮਝ ਰਹੇ ਹੋ? ਹੁਣ ਤੁਹਾਨੂੰ ਇਹਨਾਂ ਸ਼ੇਅਰਸ ਨੂੰ ਲੰਬੇ ਸਮੇਂ ਤੱਕ ਰੱਖਣਾ ਹੈ। ਫਾਲਕਨ ਮੈਥਡ ਦਾ ਮਕਸਦ ਕੁਆਲਿਟੀ ਸ਼ੇਅਰਸ ਨੂੰ ਖਰੀਦੋ, ਉਹਨਾਂ ਨੂੰ ਲੰਬੇ ਸਮੇਂ ਲਈ ਹੋਲਡ ਕਰੋ। ਇਸ ਤਰੀਕੇ ਨਾਲ ਤੁਸੀਂ ਸ਼ੇਅਰ ਮਾਰਕੀਟ ਵਿੱਚ ਵਧੀਆ ਰਿਟਰਨ ਪ੍ਰਾਪਤ ਕਰ ਸਕਦੇ ਹੋ ਅਤੇ ਇੱਕ ਪੈਸਿਵ ਇਨਕਮ ਕ੍ਰੀਏਟ ਕਰ ਸਕਦੇ ਹੋ। ਕੀ ਤੁਸੀਂ ਜਾਣਦੇ ਹੋ? ਇਸ ਤਰ੍ਹਾਂ ਤੁਹਾਡਾ ਪੈਸਾ ਤਦ ਵੀ ਕੰਮ ਕਰੇਗਾ ਜਦੋਂ ਤੁਸੀਂ ਕੰਮ ਨਹੀਂ ਕਰ ਰਹੇ ਹੋਗੇ। ਕੁਆਲਿਟੇਟਿਵ ਜਜਮੈਂਟ ਅਤੇ ਲੌਂਗ ਟਰਮ ਹੋਲਡਿੰਗ। ਆਪਣੀ ਪੂਰੀ ਕੀਤੀ ਗਈ ਜਾਣਕਾਰੀ ਦਾ ਸਹੀ ਤਰੀਕੇ ਨਾਲ ਵਰਤੋਂ ਕਰੋ।
ਕੁਆਲਿਟੀ ਸ਼ੇਅਰਸ ਨੂੰ ਲੰਬੇ ਸਮੇਂ ਲਈ ਰੱਖੋ। ਇਸ ਤਰ੍ਹਾਂ ਤੁਸੀਂ ਬਿਹਤਰ ਰਿਟਰਨ ਅਤੇ ਪੈਸਿਵ ਇਨਕਮ ਪ੍ਰਾਪਤ ਕਰ ਸਕਦੇ ਹੋ। ਕੀ ਤੁਸੀਂ ਇਸ ਰਣਨੀਤੀ ਨੂੰ ਅਪਣਾਉਣ ਲਈ ਤਿਆਰ ਹੋ? ਫਾਲਕਨ ਮੈਥਡ ਦੀ ਪੂਰੀ ਜਾਣਕਾਰੀ। ਹੁਣ ਸਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੈ ਕਿ ਕਿਵੇਂ ਇਸ ਰਣਨੀਤੀ ਨੂੰ ਅਪਣਾ ਕੇ ਤੁਹਾਡੇ ਨਿਵੇਸ਼ ਦੇ ਨਤੀਜੇ ਬਿਹਤਰ ਹੋ ਸਕਦੇ ਹਨ। ਇਸ ਬੁੱਕ ਵਿੱਚ ਦਿੱਤੇ ਮੁੱਖ ਸਿਧਾਂਤ ਅਤੇ ਰਣਨੀਤੀਆਂ ਨਾ ਸਿਰਫ ਤੁਹਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕਦੀਆਂ ਹਨ, ਬਲਕਿ ਤੁਹਾਨੂੰ ਇੱਕ ਸਮਝਦਾਰ ਅਤੇ ਸਵੈ-ਨਿਰਭਰ ਨਿਵੇਸ਼ਕ ਵੀ ਬਣਾ ਸਕਦੀਆਂ ਹਨ। ਲੰਬੇ ਸਮੇਂ ਲਈ ਸੋਚੋ, ਸਾਵਧਾਨੀ ਨਾਲ ਨਿਵੇਸ਼ ਕਰੋ ਅਤੇ ਆਪਣੇ ਆਪ ਨੂੰ ਨਵੀਨਤਮ ਜਾਣਕਾਰੀ ਨਾਲ ਅਪਡੇਟ ਰੱਖੋ। ਇਸ ਤਰੀਕੇ ਨਾਲ ਤੁਸੀਂ ਜੋਖਮ ਨੂੰ ਘੱਟ ਕਰ ਸਕਦੇ ਹੋ ਅਤੇ ਆਪਣੇ ਨਿਵੇਸ਼ ਦੀ ਸੰਭਾਵਨਾ ਨੂੰ ਵਧਾ ਸਕਦੇ ਹੋ। ਜੇਕਰ ਤੁਹਾਨੂੰ ਫਾਲਕਨ ਮੈਥਡ ਦੀ ਇਹ ਸਮਰੀ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਮਹੱਤਵਪੂਰਨ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲੋ ਤਾਂ ਜੋ ਉਹ ਵੀ ਇਸ ਦਾ ਲਾਭ ਲੈ ਸਕਣ। ਧੰਨਵਾਦ।